हेलो स्टूडेंट्स, अज असी करांगे सैट्स नूं रिप्रजेंट करन दे किहड़े दो तरीके ने। ठीक है, सैट्स नूं रिप्रजेंट करन दे साडे कोल एक तरीका हुंदा है रोस्टर फॉर्म ते दूसरा तरीका हुंदा है सैट बिल्डर फॉर्म। ध्यान रखियो, इन्हू रोस्टर नहीं पढ़ना है, इन्हू रोस्टर पढ़ना है। ठीक है, रोस्टर फॉर्म नूं असी टैबुलर फॉर्म भी कहा जाता है ते सैट बिल्डर फॉर्म नूं असी प्रॉपर्टी फॉर्म भी कह देंगे। असी पहला एक एग्जाम्पल देख चुके हैं AEIOU दी। ਉਹਦੇ ਵਿੱਚ ਅਸੀਂ ਦੇਖਿਆ ਕਿ ਵੀ ਕਿਵੇਂ ਐਲੀਮੈਂਟਸ ਨੂੰ ਅਸੀਂ ਦੋ ਬ੍ਰੈਕਟਸ ਦੇ ਵਿਚਕਾਰ ਰੱਖਿਆ ਤੇ ਹਰੇਕ ਐਲੀਮੈਂਟ ਦੇ ਵਿੱਚ ਇੱਕ ਕੋਮਾ ਲਗਾਇਆ ਹੈ। ਠੀਕ ਹੈ, ਉਹ ਕੁਝ ਇਸ ਤਰੀਕੇ ਨਾਲ ਸੀ। ਮੈਂ ਇੱਕ ਲੈ ਲਿਆ ਸੈਟ V एंड वो सैट की हैगा AEIOU। सारे एलिमेंट्स कॉमा सैपरेटेड है, मतलब इत्थे कॉमास लगे ने ते सारे एलिमेंट्स तुसी अपने हथी सारे नू लिखता है। ठीक है, यह जे फॉर्म नू असी कहने रोस्टर फॉर्म। ते फिर सैट बिल्डर फॉर्म की होया या प्रॉपर्टी फॉर्म। जे तुहाडे कोल कोई सैट गिवन है या कोई भी सैट इदा है, इन्हां दे एलीमेंट्स दे विच एक कोई प्रॉपर्टी होनी जरूरी है, ताही वो उसका सैट बिल्डर फॉर्म बन सकता है। रोस्टर फॉर्म तो किसी का भी बना सकते हैं तुसीं, कोई टेंशन नहीं है। ठीक है, फॉर एग्जाम्पल मैं ले लिया A इक्वल्स टू इत्थे 1,25, G कामा इत्थे ले लिया मैं साई, कोई भी मैं रैंडमली 4 एलिमेंट्स चक्के ते एक सैट बना लिया। बट इन्हां विच कोई प्रॉपर्टी, कोई विशेष प्रॉपर्टी नहीं है आपस विच। ये दो नंबर्स हैं, एक अल्फाबैट है, ये एक स्पैशल करैक्टर है, इन्हां विच प्रॉपर्टी नहीं है, तो इसनूं असी सैट बिल्डर फॉर्म च नहीं बना पावांगे। सैट बिल्डर फॉर्म च उही बनदे जिन्हां दे एलिमेंट्स विच कोई एक खास प्रॉपर्टी जरूर होवे। हुण जिवें ये है, ਇਹਦੇ ਵਿੱਚ ਇੱਕ ਖਾਸ ਪ੍ਰੋਪਰਟੀ ਕੀ ਹੈ ਸਾਰੇ ਐਲੀਮੈਂਟਸ ਦੇ ਵਿੱਚ ਕਿ ਉਹ ਇੰਗਲਿਸ਼ ਅਲਫਾਬੈਟ ਦੇ ਵੋਵਲਸ ਹੈ। ਬਸ ਅੱਜ ਜਿਵੇਂ ਸਟੇਟਮੈਂਟ ਅਸੀਂ ਬੋਲ ਰਹੇ ਹਾਂ, ਇਸੇ ਸਟੇਟਮੈਂਟ ਨੂੰ ਅਸੀਂ ਸੈਟ ਬਿਲਡਰ ਫਾਰਮ ਦੇ ਵਿੱਚ ਲਿਖ ਸਕਦੇ ਹਾਂ। ਕਿੱਦਾਂ? ਇਸੇ ਨੂੰ ਜੇ ਮੈਂ ਲਿਖਣਾ ਚਾਹਾਂ ਸੈਟ ਬਿਲਡਰ ਫਾਰਮ ਦੇ ਵਿੱਚ ਕਿੱਦਾਂ ਲਿਖਾਂਗਾ, ਤਾਂ ਇਹਦੀ ਨੋਟੇਸ਼ਨ ਇਸੇ ਤਰੀਕੇ ਨਾਲ ਕੈਪੀਟਲ V ਫਿਰ ਕਰਲੀ ਬ੍ਰੈਕਟ ਸ਼ੁਰੂ ਹੋ ਗਈ। ਇਸ ਤੋਂ ਬਾਅਦ ਜਿਹੜਾ ਅਸੀਂ ਵੇਰੀਏਬਲ ਪਾਵਾਂਗੇ x, ਇਹ ਸਾਰੇ ਐਲੀਮੈਂਟਸ ਨੂੰ ਰਿਪਰੈਜ਼ੈਂਟ ਕਰ ਰਿਹਾ। ਜਿਹੜਾ x ਹੈਗਾ ਇਹ ਸਾਰਿਆਂ ਨੂੰ ਡਿਫਾਈਨ ਰਿਪਰੈਜ਼ੈਂਟ ਕਰ ਰਿਹਾ। ਮਤਲਬ x ਕੀ ਹੈਗਾ, ਉਹ a ਵੀ ਹੈ, e ਵੀ ਹੈ, i ਵੀ ਹੈ, o ਵੀ ਹੈ, u ਵੀ ਹੈ। ਉਸ ਤੋਂ ਬਾਅਦ ਅਸੀਂ ਪਾਣੇ ਹੈਗੇ ਦੋ ਡਾਟਸ ਇਸ ਤਰੀਕੇ ਨਾਲ, ਕੋਲਨ। ਇਹਨੂੰ ਪੜ੍ਹਦੇ ਕਿਵੇਂ? ਇਜ਼ ਸੱਚ ਡੈਟ। ਠੀਕ ਹੈ, ਇਹਦਾ ਮਤਲਬ ਕੀ ਹੁੰਦਾ ਹੈ? ਸੱਚ ਡੈਟ। ਇਹਦੇ ਵਿੱਚ ਪਹਿਲਾਂ ਆਪਾਂ ਲੈਕਚਰ 1 ਦੇ ਵਿੱਚ ਪੜਿਆ ਕਾਰਟੀਜ਼ੀਅਨ ਪ੍ਰੋਡਕਟ, ਆਰਡਰਡ ਪੇਅਰ, ਕਾਰਟੀਜ਼ੀਅਨ ਪ੍ਰੋਡਕਟ ਐਂਡ ਰਿਲੇਸ਼ਨ। ਠੀਕ ਹੈ, ਨਾਓ ਜਿਹੜਾ ਅੱਜ ਆਪਣਾ ਅਗਲਾ ਮੀਨਸ ਜਿਹੜਾ ਲੈਕਚਰ ਆ ਉਹਦੇ ਵਿੱਚ ਆਪਾਂ ਅੱਜ ਮੇਨ ਜਿਹੜਾ ਪੜਨਾ ਫੰਕਸ਼ਨ। ਠੀਕ ਹੈ, ਸੋ ਤੁਸੀਂ ਮੋਸਟਲੀ ਫੰਕਸ਼ਨ ਨਾਲ ਰਿਲੇਟਡ ਹੀ ਹੈਗੇ ਹੋ। ਤੁਹਾਨੂੰ ਪਤਾ ਕਿ ਰਿਲੇਸ਼ਨ ਤੋਂ ਹੀ ਫੰਕਸ਼ਨ ਬਣਨਾ। ਦੇਖੋ ਕਾਰਟੀਜ਼ੀਅਨ ਤੋਂ ਆਰਡਰਡ ਪੇਅਰ ਤੋਂ ਬਣਿਆ ਕਾਰਟੀਜ਼ੀਅਨ ਤੋਂ ਬਣਾ ਤੁਹਾਡੇ ਕੋਲ ਰਿਲੇਸ਼ਨ ਐਂਡ ਰਿਲੇਸ਼ਨ ਤੋਂ ਬਣਨਾ ਤੁਹਾਡੇ ਕੋਲ ਫੰਕਸ਼ਨ। ਸੋ ਉਹਦੇ 'ਚ ਵੀ ਰਿਲੇਸ਼ਨ ਦੇ ਵਿੱਚ ਵੀ ਕੀ ਸੀ, ਇੱਕ x ਜਿਹੜਾ ਸੀ, y ਜਿਹੜਾ ਸੀ, ਇੱਕ x ਐਂਡ y ਜਿਹੜੇ ਸੀ ਇੱਕ ਦੂਜੇ ਨਾਲ ਰਿਲੇਟਡ ਸੀ। ਇਸੇ ਤਰ੍ਹਾਂ ਹੀ ਤੁਹਾਡੇ ਕੋਲ ਫੰਕਸ਼ਨ ਦੇ ਵਿੱਚ ਵੀ x ਐਂਡ y ਦਾ ਕੋਈ ਰਿਲੇਸ਼ਨ ਦਿੱਤਾ ਹੋਊਗਾ। ਠੀਕ ਹੈ, ਅਤੇ ਉਹਨੂੰ ਆਪਾਂ ਲੈ ਕੇ ਚੱਲਾਂਗੇ, ਇੱਕ ਤਰ੍ਹਾਂ ਦਾ ਰਿਲੇਸ਼ਨ ਹੀ ਹੈ। ਠੀਕ ਹੈ, ਬਟ ਆਪਾਂ ਉਹਨੂੰ ਥੋੜ੍ਹਾ ਜਿਹਾ ਦੂਸਰੇ ਤਰੀਕੇ ਨਾਲ ਦੇਖਾਂਗੇ ਫੰਕਸ਼ਨ। ਲੇਕਿਨ ਜਿਹੜੀ ਜੇ ਇਹ ਫੰਕਸ਼ਨ ਹੈ ਇਹ ਤੁਹਾਡੇ ਲਈ ਅੱਗੇ ਵੀ ਕੰਮ ਆਏਗਾ। ਠੀਕ ਹੈ, ਆਉਣ ਵਾਲੀ ਕਲਾਸਾਂ ਦੇ ਵਿੱਚ +2 ਦੇ ਵਿੱਚ ਬਹੁਤ ਯੂਜ਼ ਹੋਏਗਾ, ਡੋਮੇਨ ਰੇਂਜ ਬਹੁਤ ਯੂਜ਼ ਹੋਏਗੀ ਉਹਦੀ। ਠੀਕ ਹੈ, ਉਹਦੀ ਡੋਮੇਨ ਰੇਂਜ 'ਚ ਹੀ ਕੰਮ ਕਰਨਾ ਆਪਾਂ। ਸੋ ਵਾਟ ਡੂ ਯੂ ਮੀਨ ਬਾਈ ਫੰਕਸ਼ਨ? ਸੋ ਫੰਕਸ਼ਨ ਕੀ ਆ? ਇਹ ਰਿਲੇਸ਼ਨ ਜਿਹੜਾ ਆਪਾਂ R ਨਾਲ ਡਿਨੋਟ ਕਰਦੇ ਸੀ ਉਹਨੂੰ ਆਪਾਂ F ਨਾਲ ਡਿਨੋਟ ਕੀਤਾ। ਠੀਕ ਹੈ, ਰਿਲੇਸ਼ਨ F ਫਰੋਮ set A to set B, they are non-empty set. ठीक है, is said to be a function if every
element of set A has one and only one image in set B। ਇਹ ਨਹੀਂ ਹੈ ਕਿ ਇੱਕ ਐਲੀਮੈਂਟ ਜਿਹੜਾ A ਦਾ ਹੈਗਾ ਦੋ ਐਲੀਮੈਂਟਾਂ ਦੇ ਕੋਲ ਜਾਂਦਾ ਹੋਵੇ B ਦੇ, ਠੀਕ ਹੈ, B ਦੇ ਦੋ ਐਲੀਮੈਂਟਾਂ ਕੋਲ ਨਹੀਂ ਜਾਊਗਾ, ਯੂਨੀਕ ਇਮੇਜ ਮਿਲੂਗੀ। ਇੱਕ ਵਾਲਾ ਜਿਹੜਾ ਬੰਦਾ ਜਿੱਦਾਂ y 3x ਆ, x ਨੂੰ 1 ਪੁੱਟ ਕੀਤਾ, y ਕਿੰਨਾ ਆਇਆ 3 ਆਇਆ ਨਾ, 9 ਤਾਂ ਨਹੀਂ ਆਇਆ। ਸੋ ਇੱਕ ਵੈਲਿਊ ਦੇ ਕੋਰਸਪੋਂਡਿੰਗ ਇੱਕ ਵੈਲਿਊ ਮੀਨਸ B ਦੇ ਵਿੱਚ ਜਾਏਗੀ, ਮਤਲਬ ਇੱਕ ਲਾਈਨ ਡੋਮੇਨ। ਉਹਦੇ ਵਿੱਚ ਆਪਾਂ ਕੱਲ ਟੀ ਰੇਸ਼ੀਓਜ਼ ਪੜ੍ਹੇ ਸੀ, ਜੋ ਆਪਾਂ 10th ਵਿੱਚ ਪੜ੍ਹਿਆ ਹੋਇਆ ਸੀ, ਉਹਦੀਆਂ ਆਇਡੈਂਟੀਟੀਜ਼ ਪੜ੍ਹੀਆਂ ਸੀ, ਠੀਕ ਹੈ। ਉਸ ਤੋਂ ਸਾਈਨ ਆਫ ਟ੍ਰਿਗਨੋਮੈਟਰੀ ਆਪਾਂ ਦੇਖੇ ਸੀ ਟੀ ਰੇਸ਼ੀਓਜ਼ ਦੇ, ਠੀਕ ਹੈ। ਉਹਦੇ ਵਿੱਚ ਆਪਾਂ ਕੱਲ ਮੀਨਸ ਜਿਹੜਾ ਆਪਾਂ ਲਾਸਟ ਲੈਕਚਰ ਦੇ ਵਿੱਚ ਕੀਤਾ ਸੀ, ਉਹਦੇ ਵਿੱਚ ਆਪਣੇ ਕੋਲ ਇਹ ਸੀ ਕਿ ਮੀਨਸ ਆਪਣੇ ਕੋਲ 4 ਕੁਆਡਰੈਂਟ ਹੁੰਦੇ ਆ, ਆਲ, ਸਾਈਨ ਕੋਸੈਕ ਦਾ, ਟੈਨ ਕੋਟ, ਕੋਸ ਸਿਕੈਂਡ ਦਾ। 4 ਕੁਆਡਰੈਂਟ ਹੁੰਦੇ ਆ। ਫਸਟ ਕੁਆਡਰੈਂਟ ਜਿਹੜਾ ਹੈਗਾ ਆਲ ਦਾ ਆ, ਠੀਕ ਹੈ। ਸੈਕੰਡ ਕੁਆਡਰੈਂਟ ਹੈਗਾ ਸਾਈਨ ਤੇ ਕੋਸੈਕ ਦਾ, ਥਰਡ ਕੁਆਡਰੈਂਟ ਹੈਗਾ ਟੈਨ ਤੇ ਕੋਟ ਦਾ, ਠੀਕ ਹੈ। ਐਂਡ ਫੋਰਥ ਕੁਆਡਰੈਂਟ ਸੀ ਕੋਸ ਤੇ ਸਿਕੈਂਡ ਦਾ। ਇਹ ਆਪਾਂ ਮੀਨਸ ਪਿਛਲੇ ਲੈਕਚਰ ਦੇ ਵਿੱਚ ਆਪਾਂ ਕੀਤਾ ਸੀ। ਤੇ 90 ਮਾਈਨਸ ਥੀਟਾ, ਉਸ ਤੋਂ ਬਾਅਦ 90 ਪਲੱਸ ਥੀਟਾ, 180 ਮਾਈਨਸ ਥੀਟਾ, 180 ਪਲੱਸ ਥੀਟਾ, ਠੀਕ ਹੈ। ਇਸ ਆਪਣੇ ਕੋਲ 4 ਕੁਆਡਰੈਂਟ ਦੇ ਆਪਣੇ ਕੋਲ ਹੁੰਦੇ ਸੀ, ਤੇ ਇਹਦੇ ਬੇਸ ਤੇ ਆਪਾਂ ਲਾਸਟ ਟਾਈਮ ਵੀ ਕੁਐਸਚਨਸ ਕੀਤੇ ਹੋਏ ਆ। ਹੁਣ ਆਪਾਂ ਇਹਨਾਂ ਨੂੰ ਹੀ ਥੋੜਾ ਜਿਹਾ ਕੰਟੀਨਿਊ ਅੱਗੇ ਲੈ ਕੇ ਜਾਣਾ, ਠੀਕ ਹੈ। ਜੋ ਆਪਾਂ ਉਹਦੇ ਵਿੱਚ ਕੀਤਾ ਸੀ ਇਹਨੂੰ ਆਪਾਂ ਹੁਣ ਅੱਗੇ ਲੈ ਕੇ ਚੱਲਾਂਗੇ। ਉਹਦੇ ਵਿੱਚ ਹੁਣ ਇੱਕ ਨਵੀਂ ਚੀਜ਼ ਤੁਹਾਡੇ ਕੋਲ ਆਏਗੀ ਕਿ ਤੁਸੀਂ ਇਹ ਯਾਦ ਹੋ ਗਿਆ ਜਦੋਂ ਤੁਹਾਨੂੰ, ਤੁਸੀਂ ਆਪਾਂ ਅੱਗੇ ਚੱਲਾਂਗੇ ਕਿ ਸਾਈਨ ਔਰ ਮਤਲਬ ਅਸੀਂ ਹੁਣ ਆਹ ਵਾਲਾ ਰਿਜ਼ਲਟ ਆਪਾਂ ਪ੍ਰੂਵ ਕਰਨਾ ਹੈ ਬਾਈ PMI ਦੀ ਹੈਲਪ ਨਾਲ। ਤੇ ਪਹਿਲਾ ਸਟੈਪ ਕੀ ਸੀ ਤੁਹਾਨੂੰ ਯਾਦ ਹੋਏ, ਇਹਨੂੰ ਆਪਾਂ ਪਹਿਲਾਂ PN ਮੰਨਦੇ ਸੀ। ਆ ਪੂਰੀ ਸਟੇਟਮੈਂਟ ਨੂੰ ਕੀ ਮੰਨ ਲਿਆ ਆਪਾਂ, PN ਮੰਨ ਲਿਆ, ਠੀਕ ਹੈ ਬੱਚਿਓ। ਤੇ ਇਹਦੇ ਵਿੱਚ ਆਪਾਂ ਹੁਣ ਪਹਿਲਾਂ N1 ਲਈ ਟਰੂ ਕਰਦੇ ਸੀ, N1 ਲਈ ਮਤਲਬ N1 ਲਈ ਕਿੱਦਾਂ ਟਰੂ ਕਰਾਂਗੇ, h n ਨੂੰ 1 ਪਾਵਰ 1 ਮਾਈਨਸ 1 0, ਐਨੀਥਿੰਗ ਰੇਸਡ ਪਾਵਰ 0 ਇਜ਼ 1, ਕੱਲਾ a ਰਹਿ ਗਿਆ, ਮਤਲਬ ਫਸਟ ਟਰਮ ਇੱਥੇ a ਲਿਖਤਾ, ਠੀਕ ਹੈ ਬੱਚਿਓ। ਤੇ ਉੱਥੇ ਆਪਾਂ n ਨੂੰ ਕੀ ਭਰਨ ਲੱਗਿਆ, ਹੁਣ ਆਪਾਂ 1 ਭਰਨ ਲੱਗਿਆ, r ਮਾਈਨਸ 1 ਓਵਰ r ਮਾਈਨਸ 1 ਆ ਕੈਂਸਲ ਹੋ ਗਿਆ। ਦੇਖੋ ਇੱਧਰ ਵੀ a ਆ ਗਿਆ, ਇੱਧਰ ਵੀ a ਆ ਗਿਆ। ਇਹਦਾ ਮਤਲਬ 1 ਲਈ ਅਸੀਂ ਕੀ ਕਰਤਾ, ਟਰੂ ਕਰਤਾ ਰਿਜ਼ਲਟ। ਦੇਅਰਫੋਰ P1 ਇਜ਼ ਟਰੂ, P1 ਆਪਣਾ ਕੀ ਹੋ ਗਿਆ, ਟਰੂ ਹੋ ਗਿਆ। ਹੁਣ ਆਪਾਂ ਕੀ ਕਰਨਾ ਹੁੰਦਾ ਹੈ, K ਲਈ ਅਸਿਊਮ, ਲੈਟ PK ਇਜ਼ ਟਰੂ, ਮਤਲਬ ਆਪਾਂ K ਲਈ ਅਸਿਊਮ ਕਰ ਲਿਆ ਕਿ ਆ ਟਰੂ ਹੈ ਰਿਜ਼ਲਟ। ਤੇ n ਦੀ ਜਗ੍ਹਾ ਤੇ ਕੀ ਪਾਣਾ ਹੁੰਦਾ ਆਪਾਂ ਹੁਣ, K ਪਾਣਾ ਹੁੰਦਾ, A plus AR plus AR square AR K minus 1। देखो ਇੱਥੇ ਆਪਾਂ K ਲਈ ਕੀ ਕਰਤਾ, ਅਸਿਊਮ ਕਰ ਲਿਆ ਰਿਜ਼ਲਟ, ਤੇ n ਦੀ ਜਗ੍ਹਾ ਤੇ ਮੈਂ K ਪਾਤਾ। ਹੁਣ ਆਪਾਂ K ਲਈ ਆ ਮੰਨ ਲਿਆ, ਹੁਣ ਆਪਾਂ ਕੀ ਪ੍ਰੂਵ ਕਰਨਾ ਹੈ, K plus 1 ਲਈ ਕੀ ਹੈ ਰਿਜ਼ਲਟ ਆ, ਟਰੂ ਹੈ। ਹੁਣ ਲਿਖੋ ਨਾਓ ਟੂ ਪ੍ਰੂਵ PK plus 1 ਇਜ਼ ਟਰੂ। ਹੁਣ ਆਪਾਂ PK plus 1 ਲਈ ਆਪਾਂ ਟਰੂ ਕਰਕੇ ਦਿਖਾਵਾਂਗੇ। ਪਹਿਲਾਂ ਆਪਾਂ LHS ਲਵਾਂਗੇ। ਤੁਹਾਨੂੰ ਯਾਦ ਹੋਏ ਕੀ ਦੱਸਿਆ ਸੀ ਮੈਂ ਪਿਛਲੇ ਲੈਕਚਰ 'ਚ, K plus 1 ਦੀ ਲਿਖਣਾ ਹੁੰਦਾ ਤਾਂ ਆਪਾਂ K ਲਈ ਲਿਖ ਕੇ ਇੱਕ ਟਰਮ ਹੋਰ ਐਡ ਕਰ ਦੇਈਦੀ ਹੈ, A plus AR plus AR square AR K minus 1। ਤੇ ਇੱਥੇ n ਨੂੰ K plus ਵਾਓ, K plus 1 minus 1 ਕੱਲਾ K ਰਹਿ ਗਿਆ। ਤੇ ਇੱਥੇ ਆਪਾਂ ਬ੍ਰੈਕਟ ਪਾਉਂਦੇ ਹੁੰਦੇ ਸੀ, ਕਿਉਂਕਿ ਆਪਾਂ ਇਹਦੀ ਵੈਲਿਊ ਆਪਾਂ ਫਾਈਂਡ ਕੀਤੀ ਹੋਈ ਹੈ, ਉਹ ਆਪਾਂ ਸਿੱਧੀ ਇਹ 'ਚ ਭਰ ਦਾਂਗੇ, ਠੀਕ ਹੈ। ਕੀ ਵੈਲਿਊ ਆਈ, A RK minus 1 R minus 1 plus ARK, ਠੀਕ ਹੈ ਬੱਚਿਓ। ਹੁਣ ਆਪਾਂ ਐਲਸੀਐਮ ਲਵਾਂਗੇ, ਸਾਡਾ ਰਿਜ਼ਲਟ ਆਣਾ ਕੀ ਚਾਹੀਦਾ ਹੈ, n ਦੀ ਜਗ੍ਹਾ ਤੇ ਕੀ ਆਣਾ ਚਾਹੀਦਾ ਹੈ, K plus 1 ਆਣਾ ਚਾਹੀਦਾ ਹੈ। ਹੁਣ ਇਹ ਆਏਗਾ, ਦੇਖੋ ਪਹਿਲਾਂ ਐਲਸੀਐਮ ਲਓ, A ARK ਹੁਣ ਆਪਾਂ ਅੱਗੇ ਕੁਐਸਚਨ ਕਰਨ ਲੱਗੇ ਹਾਂ, ਠੀਕ ਹੈ ਬੱਚਿਓ, ਤੁਸੀਂ ਨੋਟ ਕਰੋ। ਸੋਲਵ 1/5 plus iota 2/5 minus 4 plus iota 5/2।
आप ਇਹਨੂੰ ਸੋਲਵ ਕਰਨਾ ਹੈ ਠੀਕ ਹੈ ਬੱਚਿਓ 1 plus 1/5 plus iota 2/5 minus 4 plus iota 5/2 ਇਹਨੂੰ ਜਦੋਂ ਸੋਲਵ ਕਰਨਾ ਹੈ ਤੁਹਾਨੂੰ ਮੈਂ ਸਮਝਾਇਆ ਸੀ ਕਿ ਕੰਪਲੈਕਸ ਨੰਬਰ ਦੀ ਐਡੀਸ਼ਨ ਤੇ ਸਬਟ੍ਰੈਕਸ਼ਨ ਕਿੱਦਾਂ ਹੁੰਦੀ ਹੈ ਰੀਅਲ ਪਾਰਟ ਵਿੱਚ ਰੀਅਲ ਪਾਰਟ ਐਡ ਹੁੰਦਾ ਹੈ ਜਾਂ ਸਬਟ੍ਰੈਕਟ ਹੁੰਦਾ ਹੈ ਤੇ ਇਮੇਜਿਨਰੀ ਪਾਰਟ ਵਿੱਚ ਇਮੇਜਿਨਰੀ ਪਾਰਟ ਸਬਟ੍ਰੈਕਟ ਹੁੰਦਾ ਹੈ ਤੁਹਾਨੂੰ ਦੱਸਿਆ ਸੀ ਆਪਾਂ ਪਹਿਲੇ ਲੈਕਚਰਸ ਠੀਕ ਹੈ ਬੱਚਿਓ ਕਰਨਾ ਕਿੱਦਾਂ ਦੇਖੋ 1/5 plus iota 2/5 ठीक है ਇਹਦਾ ਮਾਈਨਸ ਦਾ ਬ੍ਰੈਕਟ ਖੋਲ ਲਓ -4 minus iota 5/2 ਠੀਕ ਹੈ ਬੱਚਿਓ ਲੱਗੀ ਸਮਝ ਬਾਹਰ ਮਾਈਨਸ ਅੰਦਰ ਸਾਈਨ ਚੇਂਜ ਹੋਣਗੇ ਨਾ ਹੁਣ ਆ ਵੀ ਰੀਅਲ ਪਾਰਟ ਹੈ ਆ ਵੀ ਰੀਅਲ ਪਾਰਟ ਹੈ 1/5 -4 ਤੇ ਆ ਇਮੇਜਿਨਰੀ ਪਾਰਟ ਹੈ ਆ ਵੀ ਇਮੇਜਿਨਰੀ ਪਾਰਟ ਹੈ plus iota 2/5 minus iota 5/2 ठीक है बच्चों ਹੁਣ ਲਗ ਸੋਲਵ ਕਰਾਂਗੇ ਇਹਨੂੰ ਲਗ ਸੋਲਵ ਕਰਦੇ ਹਾਂ ਆਪਾਂ ਇਹਦਾ ਐਲਸੀਐਮ ਲਓ 1 - 20/5 plus iota ਕਾਮਨ ਨਿਕਾਲ ਲੈਣੇ ਆ 2/5 minus 5/2 ਠੀਕ ਹੈ ਬੱਚਿਓ iota ਕਾਮਨ ਨਿਕਾਲ ਲਿਆ ਆਪਾਂ ਇਹਦਾ ਆਨਸਰ ਕਿੰਨਾ ਆ ਗਿਆ -19/5 plus iota ਇੱਥੇ ਆਪਾਂ ਐਲਸੀਐਮ ਲਈਏ 2 2 4 10 एलसीएम आ गया था पहला ठीक है 10 ਨੂੰ 5 ਨਾਲ ਡਿਵਾਈਡ ਕੀਤਾ ਕਿੰਨਾ ਹੈ 2 2 2 4 ਤੇ 5 5 25 ਠੀਕ ਹੈ ਬੱਚਿਓ ਇਹਨੂੰ ਇਹਦੇ ਨਾਲ ਮਲਟੀਪਲਾਈ ਇਹਨੂੰ ਇਹਦੇ ਨਾਲ ਮਲਟੀਪਲਾਈ ਤੇ ਦੋਨਾਂ ਦਾ ਮਲਟੀਪਲਾਈ ਇੱਧਰ 10 ਆ ਗਿਆ ਕੋਈ ਡਾਊਟ ਤਾਂ ਨਹੀਂ ਠੀਕ ਹੈ ਹੁਣ ਆਪਾਂ ਇਹਨੂੰ ਸੋਲਵ ਕਰਨ ਲੱਗੇ ਆ ਦੇਖੋ ਆ ਗਿਆ -19/5 plus iota -21/10 ठीक है बच्चों आ कितना आ गया -19/5 -21/10 iota ਆਪਾਂ ਇਦਾਂ ਇਹਨੂੰ ਸੋਲਵ ਕੀਤਾ ਦੇਖੋ ਕੰਪਲੈਕਸ ਨੰਬਰ ਦੀ ਫਾਰਮ 'ਚ ਆਨਸਰ ਆਇਆ ਇਹਦਾ ਰੀਅਲ ਪਾਰਟ ਕੀ ਹੈ -19/5 ਇਹਦਾ ਇਮੇਜਿਨਰੀ ਪਾਰਟ ਕੀ ਹੈ -21/10 ਫਿਰ ਦੇਖ ਲਓ ਪਹਿਲਾਂ ਆਪਾਂ ਮਾਈਨਸ ਨੂੰ ਆਪਾਂ ਓਪਨ ਕੀਤਾ ਬ੍ਰੈਕਟ ਓਪਨ ਕੀਤਾ ਫਿਰ ਇਹਨੂੰ ਆਪਾਂ ਅਲੱਗ ਸੋਲਵ ਕੀਤਾ iota ਵਾਲੇ ਨੂੰ ਆਪਾਂ ਅਲੱਗ ਸੋਲਵ ਕੀਤਾ ਫਿਰ ਆਪਾਂ 1 - 20 ਕਿੰਨਾ ਹੁੰਦਾ ਹੈ -19 ਆ -19/5 ਆ ਗਿਆ ਇੱਥੇ ਆਪਾਂ ਐਲਸੀਐਮ ਲਿਆ ਆ -21/10 ਆ ਗਿਆ ਠੀਕ ਹੈ ਬੱਚਿਓ ਇਧਰ ਆਪਾਂ ਕੰਪਲੈਕਸ ਨੰਬਰ ਨੂੰ ਸੋਲਵ ਕਰਨਾ ਹੈ ਠੀਕ ਹੈ ਹੁਣ ਇੱਕ ਨੈਕਸਟ ਕੁਐਸਚਨ ਲਿਖੋ ਸੋਲਵ 1 - iota raised to power 4 ਹੁਣ ਪਾਵਰ 4 ਕਿੱਦਾਂ ਸੋਲਵ ਕਰਨੀ ਹੈ ਪਾਵਰ 4 ਦਾ ਮਤਲਬ ਸਕੁਅਰ ਦਾ ਸਕੁਅਰ 1 - iota ਸਕੁਅਰ raised to power 2 ठीक है क्योंकि 2 * 2 ਕਿੰਨਾ ਹੁੰਦਾ ਹੈ 4 ਹੁੰਦਾ ਹੈ ਹੁਣ ਆਪਾਂ ਪਹਿਲਾਂ ਇਹਦਾ ਹੋਲ ਸਕੁਅਰ ਖੋਲਾਂਗੇ ਤੇ a - b ਦਾ ਹੋਲ ਸਕੁਅਰ ਕੀ ਹੁੰਦਾ ਹੈ a ਸਕੁਅਰ plus b ਸਕੁਅਰ minus 2ab ਇਹਦਾ ਹੋਲ ਸਕੁਅਰ ਆ ਗਿਆ a ਸਕੁਅਰ plus b ਸਕੁਅਰ minus 2ab ਆ a - b ਦਾ ਕੀ ਹੈ ਹੋਲ ਸਕੁਅਰ ਹੈ ਠੀਕ ਹੈ ਬੱਚਿਓ ਹੁਣ iota ਸਕੁਅਰ ਦੀ ਵੈਲਿਊ ਆਪਾਂ ਪਹਿਲੇ ਲੈਕਚਰ ਸਮਝਾਈ ਸੀ ਤੁਹਾਨੂੰ iota ਸਕੁਅਰ ਦੀ ਵੈਲਿਊ ਹੁੰਦੀ ਹੈ -1 1 - 1 - 2 iota ठीक है बच्चों अब 1 ਨਾਲ 1 ਕੀ ਹੋ ਗਿਆ ਕੈਨਸਲ ਹੋ ਗਿਆ ਕਿੰਨਾ ਆ ਗਿਆ -2 iota ਦਾ ਹੋਲ ਸਕੁਅਰ ਠੀਕ ਹੈ ਬੱਚਿਓ ਹੁਣ ਇਹਦਾ ਆਪਾਂ ਹੋਲ ਸਕੁਅਰ ਕਰਨ ਲੱਗੇ ਆ ਮੀਨਸ ਇਹਦਾ ਵੀ ਸਕੁਅਰ ਕਰਨਾ ਹੈ ਇਹਦਾ ਵੀ ਤੇ ਮਾਈਨਸ ਦਾ ਵੀ ਪਾਵਰ ਈਵਨ ਹੈ ਮਾਈਨਸ ਰਿਮੂਵ ਹੋ ਗਿਆ ਮੀਨਸ 4 iota ਸਕੁਅਰ ठीक है बच्चों माइनस ਦਾ ਸਕੁਅਰ ਪਲੱਸ ਬਣ ਗਿਆ ਅਗਲਾ ਕੁਐਸਚਨ ਕਰਨ ਲੱਗੇ ਆ ਤੁਸੀਂ ਨੋਟ ਕਰੋ solve 1/2 3x/5 plus 4 greater than equal to 1/3x minus 6 नोट करो बच्चों solve 1/2 3x/5 plus 4 greater than equal to 1/3x minus 6 ਇਹਨੂੰ ਆਪਾਂ solve ਕਰਨਾ ਹੈ ਲਿਖੋ कितना करके solve 3 इधर ले आओ 3x plus 5 plus 4 greater than equal to 2x minus 6 ठीक है बच्चों 2 चला गया उधर 3 इधर आ गया हूँ मल्टीप्लाई करो 9x/5 plus 3 4s are 12 2x minus 12 ठीक है बच्चों फिर x वाली टर्म इधर ले आओ -2x लेस ग्रेटर देन इक्वल टू -12 ठीक है बच्चों और एलसीएम लो 9x minus 10x over 5 greater than equal to -24
मीन्स -x over 5 greater than equal to -24। इस बात की आगे देखो, -x greater than equal to -20 मीन्स 24 into 5 equal to 120। ਜਦੋਂ ਦੋਨੋਂ ਪਾਸੇ ਸਾਈਨ ਮਾਈਨਸ ਕੱਟਦੇ ਆ ਤਾਂ ਮੈਂ ਸਮਝਾਇਆ ਸੀ ਕਿ ਸਾਈਨ ਚੇਂਜ ਹੁੰਦਾ ਹੈ। ਗ੍ਰੇਟਰ ਦੈਨ ਦਾ ਕੀ ਬਣ ਜਾਂਦਾ ਹੈ? ਲੈਸ ਦੈਨ ਇਕੁਅਲ ਟੂ। ਫਿਰ ਸਮਝ ਲਓ, ਦੇਖੋ ਆਹ ਕੁਐਸਚਨ ਸੀ, ਪਹਿਲਾਂ ਆਪਾਂ 3 ਉਧਰ ਲੈ ਗਏ, 2 ਇੱਧਰ ਲੈ ਗਏ, ਠੀਕ ਹੈ। ਫਿਰ ਆਪਾਂ ਕੀ ਕੀਤਾ, ਇਹਨੂੰ ਮਲਟੀਪਲਾਈ ਕੀਤਾ, ਇਹਨੂੰ ਇਹਦੇ ਨਾਲ ਮਲਟੀਪਲਾਈ ਕੀਤਾ, ਇਹਨੂੰ ਇਹਦੇ ਨਾਲ ਮਲਟੀਪਲਾਈ ਕੀਤਾ, ਇਹਨੂੰ ਇਹਦੇ ਨਾਲ ਮਲਟੀਪਲਾਈ ਕੀਤਾ। ਆ 2x ਇੱਧਰ ਲਿਆ, 12 ਉੱਧਰ ਲੈ ਗਏ, ਆ -24 ਹੋ ਗਿਆ, ਇੱਥੇ ਐਲਸੀਐਮ ਲਿਆ -10x ਹੋ ਗਿਆ, 9x - 10x इज -x। अब 5 उधर मल्टीप्लाई करता 120 हो गया। दोनों पासे जो आप साइन रिमूव करते हैं कैंसल करते हैं तो लैस दैन इक्वल टू कन्वर्ट हो गया। पिछले लेक्चर में समझाया सी। तो आंसर की आ गया, देखो की आंसर आया, ਉਹ ਨੰਬਰ ਜਿਹੜੇ 120 ਤੋਂ ਕੀ ਨੇ, ਛੋਟੇ ਨੇ, ਉਹ ਸਾਰੇ ਨੰਬਰ ਉਹ ਕਿਹੜੇ ਹੋ ਗਏ, -∞ to 120, ਠੀਕ ਹੈ। ਤੇ 120 ਵਾਲਾ ਕੀ ਕਰਨਾ ਹੈ, ਆਪਾਂ ਇਨਕਲੂਡ ਕਰਨਾ ਹੈ ਕਿਉਂਕਿ ਇਕੁਐਲਿਟੀ ਹੈ ਇੱਥੇ ਇਦਾਂ। ਬਸ ਸਮਝ ਲੱਗੇ ਬੱਚਿਓ। ਜੇ i 120 ਤੋਂ ਜ਼ਿਆਦਾ ਵਾਲੇ ਹੁੰਦੇ ਤਾਂ 120 to ਇਨਫਿਨਿਟੀ ਆਣਾ ਸੀ। ਹੁਣ 120 ਤੋਂ ਘੱਟ ਵਾਲੇ ਹੈ, ਮੀਨਸ -∞ ਤੋਂ ਲੈ ਕੇ 120 ਦੇ ਵਿੱਚ ਵਿੱਚ। ਜਿਵੇਂ ਆ ਦੇਖੋ ਇੱਥੇ 120 ਹੈ, ਤੁਸੀਂ ਆਹ ਵਾਲੇ ਨੰਬਰ ਲੈਣੇ। ਸਮਝ ਲੱਗ ਗਿਆ ਬੱਚਿਓ। ਜੇ ਗ੍ਰੇਟਰ ਦੈਨ ਇਕੁਅਲ ਹੁੰਦਾ ਤਾਂ ਫਿਰ ਆਹ ਵਾਲੇ ਨੰਬਰ ਲੈਣੇ ਸੀ, ਠੀਕ ਹੈ। ਸਮਝ ਲੱਗ ਗਿਆ ਬੱਚਿਓ। ਇਸ ਕਰਕੇ x ਦੀ ਕੀ ਆ ਗਿਆ ਸੈਟ -∞ to 120। ਆ ਇੰਟਰਵਲ ਦੇ ਵਿੱਚ ਜਿੰਨੇ ਵੀ ਨੰਬਰ ਆ ਰਹੇ ਆ, ਜਿੰਨੇ ਵੀ ਰੀਅਲ ਨੰਬਰ ਆ ਰਹੇ ਆ, ਸਾਰੇ ਇਸ ਇਕੁਏਸ਼ਨ ਨੂੰ ਕੀ ਕਰ ਰਹੇ ਆ, ਸੈਟੀਸਫਾਈ, ਤਾਂ ਉਹ ਸਾਰੇ ਆਪਣੇ ਆਨਸਰ ਹੋਣਗੇ। ਸਮਝ ਲੱਗ ਗਿਆ ਬੱਚਿਓ, ਕੋਈ ਪ੍ਰੋਬਲਮ ਤਾਂ ਨਹੀਂ, ਠੀਕ ਹੈ। ਇਹ ਨਾਲ ਦੇ ਮੈਂ ਕੱਲ ਵੀ ਕੁਐਸਚਨ ਕਰਵਾਏ ਸੀ ਲਾਸਟ ਲੈਕਚਰ 'ਚ, ਆਪਾਂ ਹੁਣ ਵੀ ਕਰਦੇ ਪਏ ਹਾਂ, ਠੀਕ ਹੈ। ਆ ਨੋਟ ਕਰ ਲਓ ਇੱਕ ਵਾਰੀ। ਹੁਣ ਆਪਾਂ ਅਗਲਾ ਕੁਐਸਚਨ ਕਰਦੇ ਹਾਂ। ਹਾਂਜੀ ਬੱਚਿਓ, ਅਗਲਾ ਕੁਐਸਚਨ ਨੋਟ ਕਰੋ। The longest side of a triangle is 3 times the shortest side। Note कर लो, the longest side of a triangle is 3 times the shortest side and the third side is 2 centimeter shorter than the longest side. If the perimeter of a triangle is at least 61 centimeter, find the minimum length of the shortest side। ठीक है बच्चों, नोट कर लो एक बारी, फिर तुहानू क्वेश्चन पूरा समझाना कि इंग्लिश च लिखिया की होया। देखो इधर, द लॉन्गेस्ट साइड ऑफ ए ट्रायंगल इज 3 टाइम्स द शॉर्टेस्ट साइड। पहला आप लेट कर लेने शॉर्टेस्ट साइड की है। लेट शॉर्टेस्ट साइड बी x सेंटीमीटर, ठीक है। लगी समझ तो आप शॉर्टेस्ट साइड नू आप x सेंटीमीटर ले लिया, कोई आप लेट कर लिया। तो जी लॉन्गेस्ट साइड है, लॉन्गेस्ट साइड की है देखो, इज 3 टाइम्स द शॉर्टेस्ट साइड। जो शॉर्टेस्ट साइड x है तो लॉन्गेस्ट साइड की होगी 3x सेंटीमीटर। समझ लगे बच्चों, जो शॉर्टेस्ट साइड x है, लॉन्गेस्ट साइड 3 गुना होगी, 3 टाइम्स। आगे की लिखिए देखो, थर्ड साइड। थर्ड साइड की है इज 2 सेंटीमीटर शॉर्टर देन द लॉन्गेस्ट साइड। ਜਿਹੜੀ ਲੌਂਗੈਸਟ ਸਾਈਡ ਆਈ ਹੈ ਤੁਹਾਡੀ ਉਤੋਂ 2 ਸੈਂਟੀਮੀਟਰ ਛੋਟਰ ਹੈ। ਜਿਹੜੀ ਲੌਂਗੈਸਟ ਸਾਈਡ ਆਈ 3x ਉਤੋਂ 2 ਸੈਂਟੀਮੀਟਰ ਘੱਟ ਹੈ। ਸਮਝ ਲੱਗੇ ਬੱਚਿਓ। ਫਿਰ ਇੱਕ ਵਾਰ ਦੇਖ ਲਓ, ਦ ਲੌਂਗੈਸਟ ਸਾਈਡ ਆਫ ਅ ਟ੍ਰਾਇੰਗਲ ਇਜ਼ 3 ਟਾਈਮ ਦ ਸ਼ੋਰਟੈਸਟ ਸਾਈਡ। ਸ਼ੋਰਟੈਸਟ ਸਾਈਡ ਆਪਾਂ x ਲੈ ਲਈ, ਲੌਂਗੈਸਟ ਹੋ ਗਈ 3x, 3 ਗੁਣਾ ਹੋ ਗਈ। ਥਰਡ ਸਾਈਡ ਕੀ ਹੈ, 2 ਸੈਂਟੀਮੀਟਰ ਘੱਟ ਹੈ ਲੌਂਗੈਸਟ ਸਾਈਡ ਤੋਂ। ਜਿੰਨੀ ਲੌਂਗੈਸਟ ਸਾਈਡ ਉੱਚੋਂ ਮੈਂ ਕੀ ਕਰਤਾ, 2 ਸੈਂਟੀਮੀਟਰ ਘੱਟ। ਸਮਝ ਲੱਗਿਆ ਇੱਥੇ ਤੱਕ। ਅੱਗੇ ਕੀ ਲਿਖਿਆ, if the perimeter of triangle is at least 61 centimeter, perimeter कितना है, is at least 61 centimeter, मतलब greater than equal to। at least ਦਾ मतलब ਘੱਟੋ ਘੱਟ 61 ਸੈਂਟੀਮੀਟਰ ਹੈ, ਉਸ ਤੋਂ ਵੱਧ ਹੋ ਸਕਦਾ ਹੈ। ਘੱਟੋ ਘੱਟ 61 ਸੈਂਟੀਮੀਟਰ at least ਦਾ ਮਤਲਬ ਸਮਝ ਲੱਗ ਗਿਆ। ਤਾਂ greater than equal to, ਜੇ ਇੱਥੇ at most word ਪਾਇਆ ਹੁੰਦਾ ਤਾਂ less than equal to ਆਣਾ ਸੀ, ਵੱਧ ਤੋਂ ਵੱਧ 61 ਆਣਾ। कुछ डिजिट्स है वही डिजिट्स जिमें 1, 2, 3, 4, 5, 6 साढ़े को 6 डिजिट्स है। ठीक है, असं 4 डिजिट नंबर बनाना दोबारा तो 4 डिजिट नंबर ग्रेटर दैन 4000 लाना। 4000 तो वड्डा होना चाहिए पर नंबर, ठीक है। वो किद्दां करांगे असीं। ਹੁਣ ਮੈਂ ਜਦ ਤੁਹਾਨੂੰ ਪੁੱਛਾਂ ਕਿ 4, 1, 2, 3
ਜਾਂ ਫਿਰ 3142। ਇਹਨਾਂ ਵਿੱਚੋਂ 4000 ਤੋਂ ਵੱਡਾ ਕਿਹੜਾ ਹੈਗਾ? ਤੁਸੀਂ ਆਬਵੀਅਸਲੀ ਕਹੋਗੇ ਆਹ ਵਾਲਾ ਹੈਗਾ। ਇਹ ਤਾਂ ਕਹਿ ਨਹੀਂ ਸਕਦੇ ਕਿਉਂਕਿ ਮਤਲਬ ਜਿਹੜਾ ਆਪਣਾ ਆਹ ਵਾਲਾ ਪਲੇਸ ਹੈਗਾ ਇਹਦੇ ਵਿੱਚ 4 ਆਉਣਾ ਜ਼ਰੂਰੀ ਸੀਗਾ, ਤਾਂ ਹੀ 4000 ਤੋਂ ਜ਼ਿਆਦਾ ਹੋਏਗਾ। ਠੀਕ ਹੈ, ਹੁਣ ਇੱਥੇ ਜੋ 4 ਡਿਜਿਟ ਨੰਬਰ ਬਣਾਉਣਾ ਹੈਗਾ ਉਹ ਵਿਦਆਊਟ ਰੈਪੀਟੀਸ਼ਨ ਬਣਾਉਣਾ ਹੈਗਾ। ਕੁਐਸਚਨ ਇਹ ਹੈ ਵਿਦਆਊਟ ਰਿਪੀਟਿੰਗ ਦੀ ਡਿਜਿਟਸ। ਵਿਦ ਰੈਪੀਟੀਸ਼ਨ ਕਿਤੇ ਨਾ ਕਿਤੇ ਫਿਰ ਵੀ ਈਜ਼ੀ ਰਹਿ ਜਾਂਦਾ ਹੈਗਾ, ਉਹ ਕਰਨਾ ਫਿਰ ਵੀ ਸੌਖਾ ਹੈਗਾ। ਵਿਦਆਊਟ ਰੈਪੀਟੀਸ਼ਨ ਦੀ ਅਸੀਂ ਗੱਲ ਕਰ ਰਹੇ ਹਾਂ ਹਲੇ। ਤਾਂ ਕਿਸ ਚੀਜ਼ ਦੇ ਉੱਤੇ ਫੋਕਸ ਕਰਾਂਗੇ? ਆਹ ਵਾਲੇ ਪਲੇਸ ਤੇ ਫੋਕਸ ਕਰਾਂਗੇ। ਹੁਣ ਇਸ ਪਲੇਸ ਨੂੰ ਫਿਲ ਕਰਨ ਦੇ ਕਿੰਨੇ ਵੇਜ਼ ਹੈਗੇ ਨੇ? ਠੀਕ ਹੈ, 4 ਤੋਂ 4000 ਤੋਂ ਜ਼ਿਆਦਾ ਹੋਣ ਵਾਸਤੇ ਸਾਨੂੰ ਇਹਨੂੰ ਫਿਲ ਕਰਨ ਦੇ ਕਿੰਨੇ ਵੇਜ਼ ਹੈ? 1 2 3 ਵੇਜ਼ ਹੈਗੇ। ਠੀਕ ਹੈ, ਹੋ ਗਿਆ। ਇਹਨਾਂ ਵਿੱਚੋਂ ਇੱਕ ਚਲੇ ਗਿਆ, ਚਲੋ ਸਪੋਜ਼ ਕਰੋ 5 ਨਿਕਲ ਗਿਆ। ਹੁਣ ਬਾਕੀ ਕਿੰਨੇ ਰਹਿ ਗਏ? 1 2 3 4 5। ਇਹਨੂੰ ਫਿਲ ਕਰਨ ਦੇ ਕਿੰਨੇ ਵੇਜ਼ ਹੈ? 5 ਵੇਜ਼। ਫਿਰ ਇਹਨੂੰ ਫਿਲ ਕਰਨ ਦੇ ਕਿੰਨੇ ਰਹਿ ਜਾਣਗੇ? 4 ਵੇਜ਼। ਇਹਨੂੰ ਫਿਲ ਕਰਨ ਦੇ ਕਿੰਨੇ ਰਹਿ ਜਾਣਗੇ? 3 ਵੇਜ਼। ਹੁਣ ਮੈਨੂੰ ਇਹ ਚੀਜ਼ ਐਕਸਪਲੇਨ ਕਰਨ ਦੀ ਜ਼ਰੂਰਤ ਨਹੀਂ ਪਏਗੀ ਕਿਉਂ ਮੈਂ 5 4 3 ਲਿਖਿਆ, ਕਿਉਂਕਿ ਅਸੀਂ ਇਸ ਦੇ ਨਾਲ ਦੇ ਕਈ ਕੁਐਸਚਨਸ ਕਰ ਚੁੱਕੇ ਹਾਂ। ਤਾਂ ਟੋਟਲ ਨੰਬਰ ਆਫ ਵੇਜ਼ ਕਿੰਨੇ ਆ ਜਾਣਗੇ? 3 × 5 × 4 × 3 ਵੇਜ਼। That is equal to 3 3s are 9 9 2s are 18। ਕਿ ਆਪਾਂ ਐਕਸਪੈਂਡ ਕਰਨਾ ਸਿੱਖ ਲਿਆ ਸੀ, ਟਰਮਸ ਕਰਨੀਆਂ ਸਿੱਖ ਲਈਆਂ ਸੀ, ਮਿਡਲ ਟਰਮ ਕਰਨੀ ਫਾਈਂਡ ਕਰਨੀ ਸਿੱਖ ਲਈ ਸੀ, ਜਨਰਲ ਟਰਮ ਫਾਈਂਡ ਕਰਨੀ ਸਿੱਖ ਲਈ ਸੀ। ਅੱਜ ਆਪਾਂ ਇਹਦੀ ਹੈਲਪ ਨਾਲ ਕੁਝ ਹੋਰ ਕੁਐਸਚਨ ਕਰਾਂਗੇ। ਠੀਕ ਹੈ ਬੱਚਿਓ, ਚਲੋ ਲਿਖੋ ਕੁਐਸਚਨ। 96 raised to power 3। ਹੁਣ ਦੇਖੋ 96 raised to power 3 ਇਹਨੂੰ 96 × 96 × 96 ਕਰਨਾ ਸੀ, ਬਟ ਆਪਾਂ ਬਾਇਨੋਮੀਅਲ ਥਿਊਰਮ ਦੀ ਹੈਲਪ ਨਾਲ ਇਹਨੂੰ ਸੋਲਵ ਕਿੱਦਾਂ ਕਰਾਂਗੇ? ਆਪਾਂ 96 ਨੂੰ 2 ਨੰਬਰ ਵਿੱਚ ਬ੍ਰੇਕ ਕਰਾਂਗੇ। 2 ਨੰਬਰ ਵਿੱਚ ਆਪਾਂ ਨੂੰ ਇਦਾਂ ਲਿਖ ਸਕਦੇ ਹਾਂ, ਦੇਖੋ 100 - 4 raised to power 3। ਠੀਕ ਹੈ ਬੱਚਿਓ, 100 - 4 ਕਿੰਨਾ ਹੁੰਦਾ ਹੈ? 96 ਹੀ ਹੁੰਦਾ। ਠੀਕ ਹੈ, ਇਹਨੂੰ 100 - 4 ਚ ਬ੍ਰੇਕ ਕਰਕੇ ਅਸੀਂ ਇਹਨੂੰ ਬਾਇਨੋਮੀਅਲ ਥਿਊਰਮ ਦੀ ਹੈਲਪ ਨਾਲ ਸੋਲਵ ਕਰਾਂਗੇ ਤੇ ਜਿੰਨਾ ਆਨਸਰ ਇਹਨੂੰ 3 ਵਾਰ ਮਲਟੀਪਲਾਈ ਕਰਕੇ ਆਣਾ ਸੀ ਓਨਾ ਹੀ ਆਨਸਰ ਆਏਗਾ। ਠੀਕ ਹੈ ਬੱਚਿਓ, ਤੇ ਹੁਣ ਆ 100 - 4 ਹੈ ਨਾ, ਆ 2 ਹੈ ਤੇ ਪਾਵਰ 3 ਹੈ, ਤੇ ਇਹਨੂੰ ਬਾਇਨੋਮੀਅਲ ਥਿਊਰਮ ਦੀ ਹੈਲਪ ਨਾਲ ਕਿੱਦਾਂ ਕਰਨਾ ਹੈ? ਲਿਖੋ 3C0 ਜਿੰਨੀ ਪਾਵਰ ਹੈ 0 ਤੋਂ ਸਟਾਰਟ ਹੋਣਾ ਹੈ। 100 raised to power 3 - 0 - 4 raised to power 0। ਠੀਕ ਹੈ ਬੱਚਿਓ, 3C0 ਆ ਗਿਆ। ਹੁਣ ਨੈਕਸਟ ਟਰਮ ਕੀ ਆਏਗੀ? 3C1 100 raised to power 3 - 1 2 - 4 raised to power 1। ठीक है, ਹੁਣ ਨੈਕਸਟ ਟਰਮ ਆਏਗੀ 3C2 100 raised to power 1 - 4 raised to power 2। ठीक है, एक टर्म हो रहेगी लास्ट 3C3 100 raised to power 0 - 4 raised to power 3। ठीक है, 100 - 4 ਚ ਬ੍ਰੇਕ ਕਰਕੇ ਅਸੀਂ ਇਹਨੂੰ ਬਾਇਨੋਮੀਅਲ ਥਿਊਰਮ ਦੀ ਹੈਲਪ ਨਾਲ ਸੋਲਵ ਕਰ ਰਹੇ ਹਾਂ। ਤੇ ਦੇਖੋ ਇਹਨੂੰ 100 - 4 ਹੀ ਕਿਉਂ ਕੀਤਾ? ਇਹਨੂੰ 90 + 6 ਕਿਉਂ ਨਹੀਂ ਕੀਤਾ? 90 + 6 ਵੀ ਕਰਦੇ ਤਾਂ ਥੋੜਾ ਮੁਸ਼ਕਿਲ ਹੋਣਾ ਸੀ। 100 - 4 ਨਾਲ ਈਜ਼ੀ ਕਿਉਂ ਹੋ ਗਿਆ? ਕਿਉਂਕਿ 100 ਦੀ ਪਾਵਰ ਜਿੰਨੀ ਮਰਜ਼ੀ ਹੋਏ ਉਹ ਸੋਲਵ ਕਰਨੀ ਸੌਖੀ ਹੈ। 100 ਦੀ ਪਾਵਰ 3 ਵੀ ਸੋਲਵ ਕਰਨੀ ਸੌਖੀ ਹੈ, 100 ਦੀ ਪਾਵਰ 2 ਵੀ ਸੋਲਵ ਕਰਨੀ ਸੌਖੀ ਹੈ, ਤੇ 90 ਦੀ ਪਾਵਰ 3 ਥੋੜਾ ਜਿਹਾ ਔਖਾ ਹੋਏਗਾ। ਉਹਦੇ ਮੁਕਾਬਲੇ 100 ਦੀ ਪਾਵਰ 3 ਈਜ਼ੀ ਹੋਏਗੀ ਬੜੀ। ਠੀਕ ਹੈ ਬੱਚਿਓ, ਤਾਂ ਹਮੇਸ਼ਾ 100 ਦੀ ਪਾਵਰ 'ਚ ਬ੍ਰੇਕ ਕਰਨਾ ਹੈ। ਜਿਵੇਂ 98 ਆ ਜਾਂਦਾ ਉਹਨੂੰ 100 - 2 ਕਰਨਾ ਸੀ। ਜੇ 101 ਆ ਜਾਂਦਾ ਉਹਨੂੰ 100 + 1 ਕਰਨਾ ਸੀ। ਠੀਕ ਹੈ ਬੱਚਿਓ, ਤੇ ਹੁਣ ਆਪਾਂ ਇਹਨੂੰ ਸੋਲਵ ਕਰਨ ਲੱਗੇ ਹਾਂ। ਦੇਖੋ 3C0 ਕਿੰਨਾ ਆਏਗਾ? ਮੈਂ ਤੁਹਾਨੂੰ ਦੱਸਿਆ ਸੀ ਲਾਸਟ ਲੈਕਚਰ ਵਿੱਚ, ਜਿਹਦੇ ਪੈਰ ਥੱਲੇ 0 ਹੁੰਦਾ ਉਹਦਾ ਆਨਸਰ 1 ਹੁੰਦਾ। ਤੁਸੀਂ ਸਾਈਡ ਤੇ ਸੋਲਵ ਕਰਕੇ ਵੀ ਦੇਖ ਸਕਦੇ ਹੋ। ਇਹਦਾ ਆਨਸਰ ਕੀ ਆਏਗਾ? 1 ਆਏਗਾ। ਠੀਕ ਹੈ ਬੱਚਿਓ, ਤੇ 100 ਦੀ ਪਾਵਰ 3 मतलब 6 zeros ਆਣਗੀਆਂ। 1 2 3 4 5 6 2 0 ਨੂੰ 3 ਵਾਰ ਲਿਖਣਾ ਹੈ, मतलब 6 0। ਤੇ ਐਨੀਥਿੰਗ ਰੇਜ਼ਡ ਟੂ ਪਾਵਰ 0 ਇਜ਼ 1। ਠੀਕ ਹੈ ਬੱਚਿਓ, ਹੁਣ 3C1 ਕੀ ਹੋਏਗਾ? ਕੱਲ ਦੱਸਿਆ ਸੀ ਜਿਹਦੇ ਪੈਰ ਥੱਲੇ 1 ਹੁੰਦਾ ਹੈ ਉਹਦਾ ਆਨਸਰ ਉੱਪਰ ਵਾਲਾ ਆਉਂਦਾ ਹੈ। ਮੀਨਸ 3C1 ਦਾ ਆਨਸਰ ਕੀ ਆਏਗਾ? 3 ਆਏਗਾ। ਠੀਕ ਹੈ, ਤੇ ਹੁਣ ਆ 2 0 ਨੂੰ 2 ਵਾਰ ਲਿਖਣਾ ਹੈ, मतलब 4 0 ਹੋ ਗਿਆ।
ਕੱਲ ਦੇ ਲੈਕਚਰ ਦੇ ਵਿੱਚ ਅਸੀਂ ਏਪੀ ਨਾਲ ਰਿਲੇਟਡ ਕੁਝ ਕੁਐਸਚਨਸ ਕੀਤੇ ਸੀ, ਅਰਿਥਮੈਟਿਕ ਪ੍ਰੋਗਰੈਸ਼ਨ। ਅੱਜ ਵੀ ਉਹਦੇ ਨਾਲ ਰਿਲੇਟਡ ਹੀ ਕੁਝ ਅੱਗੇ ਕੁਐਸਚਨਸ ਕਰਾਂਗੇ। ਕੁਐਸਚਨਸ ਦੀ ਮੇਨ ਟਾਈਪ ਹੈ ਜਦੋਂ ਕੁਐਸਚਨ ਦੇ ਵਿੱਚ ਕਿਆ ਹੋਵੇ ਕਿ देयर आर 4 ਨੰਬਰਸ ਇਨ ਏਪੀ ਜਾਂ ਫਾਈਂਡ 5 ਨੰਬਰਸ ਇਨ ਏਪੀ ਜਾਂ ਫਿਰ ਫਾਈਂਡ 3 ਨੰਬਰਸ ਇਨ ਏਪੀ। ਇਦਾਂ ਦੇ ਕੁਐਸਚਨਸ ਬਹੁਤ ਇੰਪੋਰਟੈਂਟ ਨੇ ਔਰ ਇਦਾਂ ਦੇ ਕੁਐਸਚਨਸ ਕਿਸ ਤਰ੍ਹਾਂ ਕਰਨੇ ਨੇ। अगर उन्हें क्या है फाइंड द 3 numbers in AP तो ਅਸੀਂ ਇਹ ਲੈ ਕੇ ਚੱਲਣਾ ਹੈ 3 numbers in AP are A minus D, A and A plus D। अगर 3 numbers ਦੀ ਗੱਲ ਕੀਤੀ ਗਈ ਹੈ, ਵੈਸੇ ਅਸੀਂ 3 numbers ਇਹ ਵੀ ਲੈ ਸਕਦੇ ਹਾਂ, first term, second term and the third term। ਪਰ ਅਸੀਂ ਇਹ ਲੈ ਕੇ ਚੱਲਾਂਗੇ, ਦੇਖਦੇ ਹਾਂ ਕਦੋਂ ਇਹ ਲੈ ਕੇ ਚੱਲਣਾ ਹੈ ਤੇ ਕਦੋਂ ਉਹ ਲੈ ਕੇ ਚੱਲਣਾ ਹੈ। ਅਗਰ 3 numbers ਦੀ ਗੱਲ ਕੀਤੀ ਗਈ ਹੈ ਤਾਂ ਆ 3 numbers ਲਓ। 4 ਨੰਬਰਸ ਦੀ ਗੱਲ ਕੀਤੀ ਗਈ ਹੈ ਤਾਂ ਆ ਲਓ a minus 3 ਦੀ, a minus d, a plus d, a plus 3d। और अगर 5 नंबर्स की गल की गई है तो a minus 2d, a minus d, a plus d, a plus 2d। फाइंड 3 नंबर्स इन AP। अगर वो 3 नंबर्स का सम गिवन है तो ਅਸੀਂ 3 नंबर्स इन AP आ वाले लेके चलने। ਇਹਨੂੰ ਲੈਣ ਨਾਲ ਕੀ ਫਾਇਦਾ ਹੋਏਗਾ? ਇੱਕ ਤਾਂ ਦੇਖੋ ਇਹ ਤਿੰਨੋਂ AP ਦੇ ਵਿੱਚ ਹੈਗੇ ਨੇ। ਕਿਸ ਤਰ੍ਹਾਂ ਹੈਗੇ ਨੇ? ਅਗਰ ਇਹਨਾਂ ਦੋਵਾਂ ਨੂੰ ਮਾਈਨਸ ਕਰੋ ਡਿਫਰੈਂਸ ਕਿੰਨਾ ਆਏਗਾ? D। ਅਗਰ ਇਹਨਾਂ ਦੋਵਾਂ ਨੂੰ ਮਾਈਨਸ ਕਰੋ ਤਾਂ ਵੀ ਡਿਫਰੈਂਸ ਕਿੰਨਾ ਹੈ? D। ਤਾਂ ਇਹਦਾ ਮਤਲਬ ਇਹ ਤਿੰਨੋਂ ਨੰਬਰਸ AP ਦੇ ਵਿੱਚ ਨੇ। ਅਗਰ ਇਹਨਾਂ ਦੀ ਗੱਲ ਕਰੀਏ, ਇਹਨਾਂ ਦੋਵਾਂ ਦਾ ਡਿਫਰੈਂਸ ਇਹਦੇ ਵਿੱਚੋਂ ਇਹ ਮਾਈਨਸ ਕਰਕੇ ਦੇਖੋ ਆਨਸਰ ਆਏਗਾ 2D। ਇਹਦੇ ਵਿੱਚੋਂ ਇਹ ਮਾਈਨਸ ਕਰੋ 2D, ਇਹਦੇ ਵਿੱਚ ਇਹ ਮਾਈਨਸ ਕਰੋ ਆਨਸਰ ਕਿੰਨਾ ਆਏਗਾ? 2D। ਸਭ ਦੇ ਵਿੱਚ ਡਿਫਰੈਂਸ ਸੇਮ ਹੈ, ਚਾਹੇ ਉਹ 2 ਕੋਈ ਵੀ ਤੁਹਾਡੇ ਕੋਲ ਟ੍ਰਾਇੰਗਲ ਹੈ, ਜਿਹੜੇ ਵਰਟਿਸਿਸ ਹੈਗੇ ਨੇ, ਵਰਟਿਸਿਸ ਨੂੰ ਅਸੀਂ ਕਿਹਦੇ ਨਾਲ ਡਿਨੋਟ ਕਰਦੇ ਹੈਗੇ? ਕੈਪੀਟਲ A B C ਦੇ ਨਾਲ। ਐਂਗਲਸ ਨੂੰ ਵੀ ਤੁਸੀਂ कैपिटल A B C ਦੇ ਨਾਲ ਡਿਨੋਟ ਕਰੋਗੇ। ਠੀਕ, ਜਿਹੜੀ ਸਾਈਡਸ ਹੈਗੀਆਂ ਨੇ, ਸਾਈਡ ਜਿਵੇਂ ਵਰਟੈਕਸ A ਹੈਗਾ, ਉਹਦੇ ਆਪੋਜ਼ਿਟ ਸਾਈਡ ਜਿਹੜੀ ਕਿਹੜੀ ਹੈ? BC। ਇਹਨੂੰ ਅਸੀਂ ਸਮਾਲ a ਦੇ ਨਾਲ ਰਿਪਰੈਜ਼ੈਂਟ ਕਰਾਂਗੇ। B ਦੇ ਆਪੋਜ਼ਿਟ ਸਾਈਡ ਕਿਹੜੀ ਹੈ? AC। AC ਨੂੰ ਅਸੀਂ ਸਮਾਲ b ਦੇ ਨਾਲ ਲਿਖਾਂਗੇ। C ਦੇ ਆਪੋਜ਼ਿਟ ਸਾਈਡ AB, ਉਹਨੂੰ ਸਮਾਲ c ਨਾਲ। ਤੇ ਜਿਹੜੀ ਸਾਈਡਸ ਹੈਗੀਆਂ ਨੇ ਉਹ ਹਮੇਸ਼ਾ ਸਮਾਲ ਲੈਟਰਸ ਦੇ ਨਾਲ ਲਿਖੀ ਜਾਣਗੀਆਂ। ਇਹ ਹੈਗਾ ਤੁਹਾਡੇ ਕੋਲ ਪਹਿਲਾ ਪੁਆਇੰਟ ਜੋ ਤੁਸੀਂ ਧਿਆਨ ਚ ਦੇਣਾ ਹੈਗਾ। ਦੂਸਰਾ ਪੁਆਇੰਟ ਕੀ ਹੈਗਾ? ਤੁਹਾਡੇ ਕੋਲ ਮਿਡ ਪੁਆਇੰਟ, ਜਿਵੇਂ BC ਦਾ ਜਿਹੜਾ ਮਿਡ ਪੁਆਇੰਟ ਹੁੰਦਾ ਹੈਗਾ, BC ਦਾ ਤੁਹਾਡੇ ਕੋਲ ਸਪੋਜ਼ ਕਰੋ ਇੱਥੇ ਇੱਕ ਮਿਡ ਪੁਆਇੰਟ ਹੈ D। ਮੈਂ AD ਨੂੰ ਜੁਆਇਨ ਕਰ ਦਿੰਦਾ। ਠੀਕ ਹੈ, D ਕੀ ਹੈਗਾ? D is the mid point of BC। Then AD is median। AD ਕੀ ਹੋਏਗਾ ਤੁਹਾਡੇ ਕੋਲ? ਇਸ ਲਾਈਨ ਸੈਗਮੈਂਟ ਨੂੰ ਅਸੀਂ ਕਹਿੰਦੇ ਹਾਂ ਮੀਡੀਅਨ। D ਨੂੰ ਕੀ ਕਹਿੰਦੇ ਅਸੀਂ? ਮਿਡ ਪੁਆਇੰਟ। BD is equal to DC ਕਿਉਂਕਿ D ਮਿਡ ਪੁਆਇੰਟ ਹੈ। ਹੁਣ ਸਪੋਜ਼ ਕਰੋ A ਦੇ ਤੁਹਾਡੇ ਕੋਲ ਕੋਆਰਡੀਨੇਟਸ ਹੈਗੇ x1, y1, B ਦੇ ਕੋਆਰਡੀਨੇਟਸ ਹੈਗੇ x2, y2, C ਦੇ ਕੋਆਰਡੀਨੇਟਸ ਹੈਗੇ x3, y3। ਤਾਂ ਤੁਸੀਂ ਈਜ਼ੀਲੀ D ਦੇ ਕੋਆਰਡੀਨੇਟਸ ਕਰ ਸਕਦੇ ਹੋ। ਉਹ ਕੀ ਹੋਣਗੇ? x2 plus x3 upon 2, y2 plus y3 upon 2। ਇਸ ਤਰੀਕੇ ਨਾਲ ਤੁਸੀਂ ਆਪਣੇ ਇਸ ਦੇ ਹੁਣ AD ਲੈਂਥ ਚ ਕੱਢਣੀ ਹੋਵੇ, AD ਲੈਂਥ ਤੁਸੀਂ ਕਿਸ ਨਾਲ ਕੱਢੋਗੇ? ਡਿਸਟੈਂਸ ਫਾਰਮੂਲੇ ਦੇ ਨਾਲ। ਉਹ ਤੁਸੀਂ ਡਿਸਟੈਂਸ ਫਾਰਮੂਲਾ ਨਾਲ ਕੱਢ ਸਕਦੇ ਹੋ। ਇਸ ਤਰੀਕੇ ਨਾਲ ਤੁਸੀਂ ਥੋੜੇ ਜਿਹੇ ਮਤਲਬ ਐਪਲੀਕੇਸ਼ਨ ਸਿੱਖ ਪਾਓਗੇ ਕੋਆਰਡੀਨੇਟਸ ਦੀ, ਕੋਆਰਡੀਨੇਟ ਸਿਸਟਮ ਦੀ। ਇਹ ਸੀ ਤੁਹਾਡੇ ਕੋਲ ਮੀਡੀਅਨ। ਫਿਲਹਾਲ ਮੈਂ ਕੋਆਰਡੀਨੇਟਸ ਨੂੰ ਫॉर द टाइम ਵੀ ਇਰੇਜ਼ ਕਰ ਰਿਹਾ। ਹੁਣ BC ਦਾ ਮਿਡ ਪੁਆਇੰਟ D, AC ਦਾ ਮੈਂ ਮਿਡ ਪੁਆਇੰਟ ਲੈ ਲੈਣਾ ਹੈਗਾ E ਤੇ ਜੁਆਇਨ ਕਰ ਦਿੰਦਾ। ਠੀਕ, ਹੁਣ ਜੋ ਮੈਂ ਮਿਡ ਪੁਆਇੰਟ ਲਾਵਾਂਗਾ AB
AB ਦਾ ਉਹ ਹੈਗਾ F। ਤਾਂ ਜਿਹੜਾ CF ਹੋਏਗਾ ਉਹ ਡੈਫੀਨਿਟਲੀ ਇਸੇ ਪੁਆਇੰਟ ਤੋਂ ਹੀ ਪਾਸ ਕਰੇਗਾ। ਠੀਕ, ਇਸੇ ਪੁਆਇੰਟ ਤੋਂ ਪਾਸ ਕਰੇਗਾ। ਜੇ ਇਹ ਜਿਹੜਾ ਪੁਆਇੰਟ ਹੈਗਾ ਕਨਕਰੈਂਸੀ ਆਫ ਜਿਹੜੇ ਕਿ ਦੋ ਤੋਂ ਜ਼ਿਆਦਾ ਲਾਈਨਾਂ ਇੱਕੋ ਪੁਆਇੰਟ ਤੋਂ ਪਾਸ ਕਰਨ ਉਹਨੂੰ ਅਸੀਂ ਕਹਿੰਦੇ ਕਨਕਰੈਂਟ ਲਾਈਨਸ। ਠੀਕ ਹੈ, when two or more when more than two lines, sorry, more than two lines pass through same point, then the lines are called concurrent lines। ठीक है, concurrent lines का मीनिंग जब तक नहीं पता होगा मैं concurrency बोली जाऊँ तो पता नहीं चलेगा। देखो एक लाइन है दो लाइन है, ये दो लाइन तो हमेशा एक पॉइंट तो पास करनगी तो इन्होंने असी concurrent नहीं कहेंगे। पर जेकर तीसरी लाइन भी इस चो पास कर रही है उस तो बाद कोई होर है इस तो पास कर रही है, सारी लाइन्स की ने कंकरेंट है। क्यों? वो इको पॉइंट तो पास कर रही है। सिमिलरली जो अपने को तीन मीडियंस है ने इतने इस ट्रायंगल तीन किहड़े मीडियंस है AD BE ते CF। ठीक है, कंकरेंसी ऑफ मीडियंस या कंकरेंसी पॉइंट लिख सकते ऑफ मीडियंस, इनू असी की कहने हैं, इनू असी कहने सेंट्रॉइड। जिथे तीनों मीडियन मीट करते हैं। सर्कल च की हैगा, सर्कल च दो चीज़ां तो हैगियां ने, एक तो रेडियस एक सेंटर। तो वो चीज़ कितनी मुश्किल होगी जे सिर्फ दो पैरामीटर दे नाल वो डिफाइन हो रही है। तो मतलब सर्कल विच तुहाडे कोल दो चीज़ां किहड़ियां ने, एक तो उहदा हो गया सेंटर, दूसरा की हैगा उहदा रेडियस। ठीक, सेंटर दे मैं कोऑर्डिनेट्स नू अज्यूम कर लेना h, k। ठीक है, कोई भी कोऑर्डिनेट्स है h, k। तो जिहड़ा पॉइंट है ये सेंटर नू मैं ओ ले लेना, इत्थे कोई भी पॉइंट है हुण P पॉइंट तुसीं पर्टिकुलर ए वाला पॉइंट नहीं समझना है। P पॉइंट कोई भी पॉइंट है, और जब भी कोई भी पॉइंट की गल करते हैं मतलब वो कोई भी वेरीएबल है। तो जब वेरीएबल आ गया तो असीं इत्थे की लिखांगे x, y। मतलब इत्थे कोई भी पॉइंट हो सकता है पूरे सर्कमफ्रेंस के उत्ते। तो कोई भी पॉइंट मीनस तो जिहड़ी तुहाडी वैल्यू हैगी सर्कमफ्रेंस के उत्ते वो वेरी कर रही है। वेरी कर रही है मतलब इत्थे दो वेरीएबल्स हैगे ने x, y कोई भी पॉइंट सर्कल के उत्ते है। हुण तुसीं OP डिस्टेंस करना है तो किवें कड्डोगे? वो डिस्टेंस फॉर्मूला देना OP की होएगा तुहाडे कोल, दैट इज इक्वल टू तुहाडा x माइनस h दा स्क्वायर प्लस y माइनस k दा स्क्वायर। कुछ नहीं किया असी, डिस्टेंस फॉर्मूला लगाया और कुछ नहीं किया। हुण OP तुहाडे कोल आ गया x माइनस h दा स्क्वायर प्लस y माइनस k दा स्क्वायर। OP की है ਕੱਲ ਦੇ ਲੈਕਚਰ ਦੇ ਵਿੱਚ ਅਸੀਂ ਸਿੱਖਿਆ ਸੀ 8 octants, xy plane, yz plane, zx plane and x axis, y axis, z axis ਦੇ ਉੱਤੇ ਪੁਆਇੰਟਸ ਦੇ ਕੋਆਰਡੀਨੇਟਸ। ਨਾਲ ਹੀ ਅਸੀਂ ਪੜਿਆ ਸੀ ਡਿਸਟੈਂਸ ਫਾਰਮੂਲਾ ਐਂਡ ਸੈਕਸ਼ਨ ਫਾਰਮੂਲਾ। ਅੱਜ ਅਸੀਂ ਡਿਸਟੈਂਸ ਫਾਰਮੂਲਾ ਔਰ ਸੈਕਸ਼ਨ ਫਾਰਮੂਲਾ ਨਾਲ ਰਿਲੇਟਡ ਕੁਐਸਚਨਸ ਕਰਾਂਗੇ। ਡਿਸਟੈਂਸ ਫਾਰਮੂਲਾ ਕੀ ਸੀ? दो पॉइंट्स ਦੇ ਵਿੱਚ डिस्टेंस अगर पॉइंट P है x1 y1 z1 and Q है x2 y2 z2, then distance between P and Q is equals to under root x2 minus x1 whole square plus y2 minus y1 whole square plus z2 minus z1 whole square। ਇਹ ਸਾਡੇ ਕੋਲ ਸੀ डिस्टेंस फार्मूला। डिस्टेंस फार्मूला ਨਾਲ ਰਿਲੇਟਡ ਕੁਝ ਕੁਐਸਚਨਸ ਕਰਦੇ ਹਾਂ। ਸਭ ਤੋਂ ਪਹਿਲਾ ਕੁਐਸਚਨ ਹੈ फाइंड द डिस्टेंस between the points, find the distance between the points
302 and minus 430. Suppose this is a point A and this is a point B. Then solution ਦੇ ਵਿੱਚ ਆਏਗਾ by using distance formula, by using distance formula, the distance between points A and B, AB is equals to under root x2 minus x1 whole square minus 4 minus 3 whole square plus y2 minus y1 whole square 3 minus 0 whole square plus 0 minus 2 whole square. Then this is under root minus 4 minus 3 is minus 7 square plus 3 square plus minus 2 square. Minus the square plus hunda hai, so this is 49 under root 49 plus 9 plus 4. So this is under root 49 plus 9 is 58. 58 plus 4 is 62. So under root 62 units is our answer. This is how we calculate the distance between two points. Next question है साढ़े कोल 10th क्लास ਦੇ ਵਿੱਚ ਵੀ ਕੀਤਾ ਸੀ 3 पॉइंट्स ਦੇ कोऑर्डिनेट्स गिवन है, चेक करना है राइट एंगल ट्रायंगल है या नहीं है। बिल्कुल सेम क्वेश्चन होना है, हुन भी 3 पॉइंट्स गिवन है और चेक करना है कि राइट एंगल ट्रायंगल ਦੇ वर्टिसेस है या नहीं है। फर्क सिर्फ इतना है, पहले 2 डायमेंशन ਦੇ ਵਿੱਚ ਸੀ, ਹੁਣ 3 डायमेंशन ਦੇ ਵਿੱਚ है। पहले फिर मैं डेरिवेटिव ਦਾ ਫਾਰਮੂਲਾ ਡਰਾਈਵ ਕੀਤਾ ਸੀ, ਤੁਹਾਨੂੰ ਮੈਂ ਉਹ ਵੀ ਸਮਝਾਇਆ ਸੀ। ਫਿਰ ਮੈਂ ਫਾਰਮੂਲੇ ਲਿਖੇ ਸੀ 12 ਪਹਿਲੇ ਲੈਕਚਰ 'ਚ ਆਪਣੇ, ਤੇ ਤੁਹਾਨੂੰ ਆ ਫਾਰਮੂਲੇ ਦੇ ਵਿੱਚੋਂ ਕੁਝ ਪ੍ਰੂਵ ਵੀ ਕਰਾਤੇ ਸੀ ਮੈਂ, ਜਿਵੇਂ e ਦੀ ਪਾਵਰ x log x x ਕਨਸਟੈਂਟ a ਦੀ ਪਾਵਰ x, ਤੁਹਾਨੂੰ ਇਹਦੇ ਫਾਰਮੂਲੇ ਦੇ ਅਸੀਂ ਪ੍ਰੂਵ ਕਰਾਤੇ ਸੀ। ਅੱਜ ਆਪਾਂ ਕਰਾਂਗੇ ਸਾਈਨ ਕੋਸ ਦਾ ਡੈਰੀਵੇਟਿਵ ਕਿੱਦਾਂ ਹੈ। ਸਾਈਨ ਦਾ ਡੈਰੀਵੇਟਿਵ ਕੋਸ ਹੈ, ਕੋਸ ਦਾ ਕੀ ਹੈ ਮਾਈਨਸ ਸਾਈਨ ਹੈ। ਠੀਕ ਹੈ ਬੱਚਿਓ, ਅੱਜ ਆਪਾਂ ਇਹਦੇ ਪ੍ਰੂਫ ਕਰਾਂਗੇ। ਠੀਕ ਹੈ, ਤੇ ਪਹਿਲਾਂ ਮੈਂ ਹੁਣ ਤੁਹਾਨੂੰ ਸਟਾਰਟ ਕਰਨ ਲੱਗਾ ਕਿ ਆਪਾਂ ਸਾਈਨ x ਦਾ ਡੈਰੀਵੇਟਿਵ ਨਿਕਾਲਣਾ ਹੈ ਬਾਈ ਡੈਫੀਨੇਸ਼ਨ। ਠੀਕ ਹੈ, ਕਿੱਦਾਂ ਕਰਨਾ ਦੇਖੋ, ਜਿਵੇਂ ਸੈਕੰਡ ਫਾਰਮੂਲਾ ਅਸੀਂ ਪ੍ਰੂਵ ਕਰਨ ਲੱਗੇ ਹਾਂ। ਠੀਕ ਹੈ, fx ਕੀ ਹੈ sin x, ਤੇ f dash x ਦਾ ਕੱਲ ਫਾਰਮੂਲਾ ਦੱਸਿਆ ਸੀ ਪਹਿਲੇ ਲੈਕਚਰ 'ਚ ਅਸੀਂ। ਕੀ ਫਾਰਮੂਲਾ ਸੀ, ਲਿਮਿਟ h approaches to 0 fx plus h minus fx over h। ਸਮਝ ਲੱਗੇ ਬੱਚਿਓ, ਆ ਤੁਹਾਨੂੰ ਫਾਰਮੂਲਾ ਮੈਂ ਦੱਸਿਆ ਸੀ। ਠੀਕ ਹੈ, ਹੁਣ ਆਪਾਂ ਇਹ 'ਚ ਵੈਲਿਊ ਭਰਾਂਗੇ। fx ਆਪਣਾ sin x ਹੈ ਤੇ f of x plus h ਕੀ ਹੋਏਗਾ, x ਦੀ ਜਗ੍ਹਾ ਤੇ x plus h ਪਾਓ, ਮਤਲਬ sin x plus h। ठीक है, ਹੁਣ ਆਪਾਂ ਇਹ 'ਚ ਵੈਲਿਊ ਭਰਨ ਲੱਗੇ ਹਾਂ। ਦੇਖੋ ਲਿਮਿਟ h approaches to 0 sin x plus h minus sin x over h। ਠੀਕ ਹੈ ਬੱਚਿਓ, sin x plus h minus sin x over h। ਹੁਣ ਇੱਥੇ ਦੇਖੋ ਟ੍ਰਿਗਨੋਮੈਟਰੀ ਤੁਸੀਂ ਕੀਤੀ ਹੋਈ ਹੈ ਤੇ ਉਹਦੇ ਲੈਕਚਰ ਤੁਸੀਂ ਲਾਏ ਹੋਏ ਆ, ਤੇ ਇੱਥੇ sin c minus sin d ਦਾ ਫਾਰਮੂਲਾ ਲੱਗਣਾ ਹੈ। sin c minus sin d और फॉर्मूला क्या होता है, मैं तुम नाल लिखा भी देना जिन्होंने नहीं याद। sin c माइनस sin d, देखो sin c माइनस sin d, ਇਹਦਾ ਫਾਰਮੂਲਾ ਕੀ ਹੈ 2 cos c plus d by 2 sin c minus d by 2। ਆਹ ਵਾਲਾ ਫਾਰਮੂਲਾ ਅਸੀਂ ਲਾਵਾਂਗੇ। ਠੀਕ ਹੈ ਬੱਚਿਓ, sin c minus sin d ਕੀ ਹੁੰਦਾ, ਦੇਖੋ ਆ ਵੀ c ਹੈ ਆ d ਹੈ, ਕਿੱਦਾਂ ਲਾਵਾਂਗੇ ਦੇਖੋ ਲਿਮਿਟ h approaches to 0 sin c minus sin d 2 cos c plus d, c plus d ਦਾ ਮਤਲਬ ਆ ਦੋਨੋਂ ਐਂਗਲ ਐਡ ਕਰ ਦੋ, ਮਤਲਬ ਆ ਵਾਲਾ ਤੇ ਆ ਵਾਲਾ x plus h plus x by 2। ਠੀਕ ਹੈ, ਫਿਰ sin c minus d ਮਤਲਬ ਦੋ ਐਂਗਲ ਕੀ ਕਰ ਦੋ, ਮਾਈਨਸ ਕਰ ਦੋ, sin x plus h minus x by 2 ਓਵਰ ਕੀ ਹੈ h। ਸਮਝ ਲੱਗ ਗਿਆ ਬੱਚੇ ਇੱਥੇ ਤੱਕ। ਠੀਕ ਹੈ, ਆ x ਨਾਲ x ਕੀ ਹੋ ਗਿਆ, कैंसिल हो गया। ठीक है, तो इतने h by 2 रह गया। लिमिट h approaches to 0
2 cos x प्लस एक्स 2x हो गया, ठीक है। ओ हो गया sin h/2 ओवर h है। ਤੁਹਾਨੂੰ ਮੈਂ ਲਿਮਟ ਦਾ ਫਾਰਮੂਲਾ ਦੱਸਿਆ ਹੋਇਆ ਕਿ sin x/x ਕੀ ਹੁੰਦਾ 1 ਹੁੰਦਾ। ਆਪਾਂ ਲਿਮਟ ਚੈਪਟਰ ਜਦੋਂ ਕੀਤਾ ਸੀ ਇਹਦੇ ਲੈਕਚਰ ਲਗਾਏ ਸੀ, ਉਸ 'ਚ ਮੈਂ ਫਾਰਮੂਲਾ ਦੱਸਿਆ ਸੀ। ਮੀਨਸ ਜੋ ਚੀਜ਼ ਆਵੇ ਉਹ ਸੇਮ ਨੀਚੇ ਬਣਾਉਣੀ ਹੈ। ਮਤਲਬ ਇੱਥੇ h/2 ਹੈ, ਇੱਥੇ 2 ਨਾਲ ਡਿਵਾਈਡ 2 ਨਾਲ ਮਲਟੀਪਲਾਈ, ਤੇ ਆ ਕੀ ਹੋ ਗਿਆ 1 ਹੋ ਗਿਆ। sin x/x sin h/2/h/2 सेम आ गया, मतलब 1 हो गया। आ वाला 2 ਇਹਦੇ ਨਾਲ ਕੀ ਹੋ ਗਿਆ कैंसल हो गया, ठीक है बच्चों। ਹੁਣ मैं h ਨੂੰ 0 ਭਰਨ ਲੱਗਾ, h ਨੂੰ 0 ਭਰੋ ਕੀ ਆਏਗਾ cos 2x/2, h ਨੂੰ 0 ਭਰਤਾ, 2 कैंसल हो गया, ਕਿੰਨਾ ਆਨਸਰ ਆ ਗਿਆ cos x ਆ ਗਿਆ। sin x ਦਾ ਡੈਰੀਵੇਟਿਵ ਕੀ ਸੀਗਾ ਦੇਖੋ cos x, ਮੇਰਾ sin x ਦਾ ਡੈਰੀਵੇਟਿਵ ਕੀ ਆਇਆ cos x ਆਇਆ, ठीक है बच्चों। ਹੁਣ ਜਿਨ੍ਹਾਂ ਨੇ ਨੋਟ ਨਹੀਂ ਕੀਤਾ ਉਹ ਨਾਲ ਨਾਲ ਨੋਟ ਕਰੋ, ਮੈਂ ਦੁਬਾਰਾ ਤੋਂ ਸਾਰਾ ਤੁਹਾਨੂੰ ਰਿਵਾਈਜ਼ ਕਰਾਣਾ। ਆਪਾਂ ਕਿੱਦਾਂ ਕੀਤਾ ਸੀ, ਪਹਿਲਾ ਫੰਕਸ਼ਨ ਲੈ ਲਿਆ ਆਪਾਂ sin x, ਆਪਾਂ ਡੈਰੀਵੇਟਿਵ ਦਾ ਫਾਰਮੂਲਾ ਹੈ ਲਿਮਟ h → 0 fx + h - fx / h, ਤੇ ਬਾਅਦ ਚੋਂ ਆਪਾਂ fx + h ਦੀ ਵੈਲਿਊ sin x + h ਕੱਢੀ, h ਭਰੀ, h sin x ਦੀ ਵੈਲਿਊ ਭਰੀ, h ਨੀਚੇ ਇਦਾਂ ਹੀ ਲਿਖਤਾ, ਠੀਕ ਹੈ। ਤੇ ਇੱਥੇ sin c - sin d ਦਾ ਫਾਰਮੂਲਾ ਆਇਆ, ਉਹ ਆ ਲਿਖਿਆ ਹੋਇਆ sin c - sin d 2 cos c + d/2 sin c - d/2 2 cos c + d/2। ਕੱਲ ਦੇ ਲੈਕਚਰ ਦੇ ਵਿੱਚ ਅਸੀਂ ਸਟਾਰਟ ਕੀਤਾ ਸੀ ਚੈਪਟਰ ਜਿਹਦੇ ਵਿੱਚ ਅਸੀਂ ਪੜਿਆ ਸੀ ਸਟੇਟਮੈਂਟ, ਦੈਨ ਨੈਗੇਸ਼ਨ ਆਫ ਅ ਸਟੇਟਮੈਂਟ, ਦੈਨ ਕੰਪਾਊਂਡ ਸਟੇਟਮੈਂਟ ਦੇ ਕੰਪੋਨੈਂਟਸ, ਡਿਸਜੰਕਸ਼ਨ, ਕੰਜੰਕਸ਼ਨ, ਕਦੋਂ ਕੰਪਾਊਂਡ ਸਟੇਟਮੈਂਟ ਟਰੂ ਹੁੰਦੀ ਹੈ, ਕਦੋਂ ਫਾਲਸ ਹੁੰਦੀ ਹੈ, ਤੇ ਨਾਲ ਹੀ ਅਸੀਂ ਪੜਿਆ ਸੀ ਕਨੈਕਟਿੰਗ ਵਰਡਸ ਐਂਡ ਤੇ ਔਰ ਅਸੀਂ ਦੋ ਤਰ੍ਹਾਂ ਦੇ ਪੜ੍ਹੇ ਸੀ, ਇਨਕਲੂਸਿਵ ਔਰ ਐਂਡ ਐਕਸਕਲੂਸਿਵ ਔਰ। ਅੱਜ ਅਸੀਂ ਅੱਗੇ ਪੜਾਂਗੇ, ਪਹਿਲੇ ਅਸੀਂ ਕਰਨਾ ਹੈ ਕੁਆਂਟੀਫਾਇਰਸ। ਇਹ ਸਾਰਾ ਕੁਝ ਅਸੀਂ ਪਹਿਲੇ ਪੜਿਆ ਹੋਇਆ ਹੈ, ਸਿਰਫ ਸਾਨੂੰ ਨਾਮ ਨਹੀਂ ਸੀ ਪਤਾ ਕਿਹਨੂੰ ਕੁਆਂਟੀਫਾਇਰਸ ਕਹਿੰਦੇ ਨੇ। ਅਸੀਂ ਇਹ ਪੜਿਆ ਇਹ ਵਾਲਾ ਸਿੰਬਲ ਤੇ ਇਹ ਵਾਲਾ ਸਿੰਬਲ, this is a symbol for there exist, there exist। इस सिंबल में इस तरह रीड करते हैं there exist, और एनु रीड करते हैं for every या फिर for all। ਇਹ phrases ਨੂੰ ਅਸੀਂ ਕੀ ਬੋਲਦੇ ਆ quantifiers। ਜਿਹੜਾ there exist quantifier ਹੈ ਇਹਨੂੰ ਅਸੀਂ ਕਹਿੰਦੇ ਆ essential quantifier, essential quantifier। ਤੇ ਜਿਹੜਾ ਇਹ ਵਾਲਾ ਕੁਆਂਟੀਫਾਇਰ ਹੈ for all ਇਹਨੂੰ ਅਸੀਂ ਕਹਿੰਦੇ ਆ universal quantifier। So quantifiers though there exist and for every ਇਹਨੂੰ ਅਸੀਂ ਕਹਿੰਦੇ ਆ essential quantifier or this is known as universal quantifier। ਇਸ ਤੋਂ ਬਾਅਦ ਅਸੀਂ ਦੇਖਣਾ ਹੈ ਕਿ ਕੁਆਂਟੀਫਾਇਰ ਸਟੇਟਮੈਂਟ ਦੇ ਨੇਗੇਸ਼ਨ ਅਸੀਂ ਕਿਸ ਤਰ੍ਹਾਂ ਲਿਖਦੇ ਆ। negation of a quantified statement। ਇਹਦੇ ਵਿੱਚ ਦੇਖੋ ਕੀ ਹੋਏਗਾ, ਜਿਹੜੀ ਸਟੇਟਮੈਂਟ ਦੇ ਵਿੱਚ ਕੁਆਂਟੀਫਾਇਰ देयर एग्जिस्ट ਯੂਜ਼ ਹੋਇਆ ਹੋਏਗਾ ਉਹਦਾ ਜਿਹੜਾ ਨੇਗੇਸ਼ਨ ਬਣੇਗਾ ਉਹ for every ਨਾਲ ਬਣ ਜਾਏਗਾ, ਤੇ for every ਵਾਲੇ ਕੁਆਂਟੀਫਾਇਰ ਦਾ ਨੇਗੇਸ਼ਨ ਕੀ ਬਣੇਗਾ देयर एग्जिस्ट। negation of a quantified statement, the negation of quantified statement for every is there exist will be the statement, will be the quantified statement with there exist and vice versa। ਜਿਹੜੀ there exist ਦੇ ਨਾਲ ਹੋਏਗੀ ਉਹਦਾ negation for every ਨਾਲ ਬਣੇਗਾ, ਔਰ ਜਿਹੜੀ for every ਨਾਲ ਹੋਏਗੀ ਉਹਦਾ negation there exist ਨਾਲ ਬਣੇਗਾ। क्वेश्चंस ट्राई करके देखते हैं, ज्यादा क्लियरेंस हो जाएगी। ਅਸੀਂ ਕੀ ਕਰਨਾ ਹੈ, ਕੁਝ ਸਟੇਟਮੈਂਟਸ ਗਿਵਨ ਨੇ, ਅਸੀਂ ਪਹਿਲੇ ਤਾਂ ਪਿਕ ਕਰਨਾ ਹੈ ਕਿਹੜਾ ਕੁਆਂਟੀਫਾਇਰ ਯੂਜ਼ ਹੋਇਆ ਔਰ ਉਸ ਤੋਂ ਬਾਅਦ ਅਸੀਂ ਉਹਦਾ ਨੇਗੇਸ਼ਨ ਫਾਰਮ ਕਰਨਾ ਹੈ। ਚਲੋ
लिखते हैं स्टेटमेंट है आइडेंटिफाई द क्वांटिफायर used and write its negation. चलो पहला साडे कोल है स्टेटमेंट है for every natural number x we have x square is equals to x. For every natural number x we have x square is equals to x. ਇਹਦਾ negation ਅਸੀਂ ਲਿਖਣਾ ਹੈ ਤੇ ਨਾਲੇ ਅਸੀਂ ਆਇਡੈਂਟੀਫਾਈ ਕਰਨਾ ਹੈ ਕਿਹੜਾ ਕੁਆਂਟੀਫਾਇਰ ਯੂਜ਼ ਹੋਇਆ। ਦੋ ਹੀ ਕੁਆਂਟੀਫਾਇਰਸ ਅਸੀਂ ਪੜ੍ਹੇ there exist ਤੇ for every। ਦੇਖੋ ਸਟੇਟਮੈਂਟ ਦੇ ਵਿੱਚ ਕਿਹੜਾ ਕੁਆਂਟੀਫਾਇਰ ਯੂਜ਼ ਹੋਇਆ ਹੈ for every। So answer is quantifier used is for every। और ਇਹਦਾ negation लिखना है। negation साडे कोल बनेगा देखो statement है for every natural number x we have x square is equals to x। ਤਾਂ negation की बनेगा there ਕੱਲ ਦੇ ਲੈਕਚਰ ਦੇ ਵਿੱਚ ਅਸੀਂ ਸਿੱਖਿਆ ਸੀ mean ਕੈਲਕੂਲੇਟ ਕਰਨਾ ਤੇ median ਕੈਲਕੂਲੇਟ ਕਰਨਾ। मीन कैलकुलेट करने ਦੇ ਲਈ ਅਸੀਂ डिस्क्रीट सीरीज ਦਾ ਫਾਰਮੂਲਾ ਵੀ ਸਿੱਖਿਆ ਸੀ ਔਰ ਕੰਟੀਨਿਊਸ ਸੀਰੀਜ਼ ਦੇ ਵਿੱਚ ਵੀ ਦੋ ਮੈਥਡ ਸਿੱਖੇ ਸੀ। ਇੱਕ ਸੀ ਡਾਇਰੈਕਟ ਮੈਥਡ ਤੇ ਦੂਸਰਾ ਸੀ ਸਟੈਪ ਡੇਵੀਏਸ਼ਨ ਮੈਥਡ। ਸਟੈਪ ਡੇਵੀਏਸ਼ਨ ਮੈਥਡ ਉਦੋਂ ਯੂਜ਼ ਕਰਨਾ ਹੈ ਜਦੋਂ ਕੈਲਕੂਲੇਸ਼ਨ ਲੌਂਗ ਹੋਵੇ। ਟੂ ਰਿਡਿਊਸ ਦ ਕੈਲਕੂਲੇਸ਼ਨ ਵੀ ਯੂਜ਼ ਸਟੈਪ ਡੇਵੀਏਸ਼ਨ ਮੈਥਡ। ਤੇ ਫਿਰ ਅਸੀਂ ਸਿੱਖੀ ਸੀ ਮੀਡੀਅਨ। ਉਸ ਤੋਂ ਬਾਅਦ ਅਸੀਂ ਸਿੱਖਿਆ ਸੀ ਮੀਨ ਡੇਵੀਏਸ਼ਨ ਕੈਲਕੂਲੇਟ ਕਰਨਾ ਅਬਾਊਟ ਮੀਨ। आज से लेक्चर से ਅਸੀਂ ਸਿੱਖਣਾ ਹੈ मीन डेविएशन कैलकुलेट करना अबाउट मीडियन। ਤਾਂ ਦੋ ਕੁਐਸਚਨਸ ਕਰਾਂਗੇ ਇੱਕ डिस्क्रीट सीरीज ਤੇ ਇੱਕ ਕੰਟੀਨਿਊਸ ਸੀਰੀਜ਼ ਵਾਲਾ। ਸਭ ਤੋਂ ਪਹਿਲੇ ਦੇਖਦੇ ਹਾਂ डिस्क्रीट सीरीज ਵਾਲਾ ਕੁਐਸਚਨ। कैलकुलेट ਅਸੀਂ ਕਰਨਾ ਹੈ कैलकुलेट मीन डेविएशन अबाउट मीडियन ऑफ द फॉलोइंग क्वेश्चंस। और साडे कोल पहला क्वेश्चन है डिस्क्रीट सीरीज ना रिलेटेड क्वेश्चन है गिवन है एक्सरसाइज आर 3, 6, 9, 12, 13, 15, 18, 21 and 22 and FIs are given to be 3, 4, 5, 2, 4, 5, 4 and 3. So these are XIs and these are FIs। एक गिवन है ਅਸੀਂ ਕੀ कैलकुलेट करना है मीन डेविएशन अबाउट मीडियन। मतलब पहले ਸਾਨੂੰ ਕੀ कैलकुलेट करना पड़ेगा मीडियन। एक क्वेश्चन है मीडियन कैलकुलेट करने ਲਈ ਸਾਨੂੰ ਕੀ कैलकुलेट करना ਪੈਂਦਾ है हमेशा cumulative frequency। let us calculate the cumulative frequency। 3 plus 4 7 plus 5 12 plus 2 14 plus ਸੈਂਪਲ ਸਪੇਸ ਬਣਾਉਣਾ ਆਉਣਾ ਚਾਹੀਦਾ ਹੈਗਾ ਤੇ ਅੱਜ ਅਸੀਂ ਸਿਰਫ ਸੈਂਪਲ ਸਪੇਸ ਬਣਾਉਣਾ ਸਿੱਖਾਂਗੇ। ਠੀਕ ਹੈ ਉਹ ਕਿਵੇਂ ਬਣਾਉਣਾ ਹੈਗਾ ਉਹ ਅਸੀਂ ਅਲੱਗ-ਅਲੱਗ ਕੁਐਸਚਨਸ ਨੂੰ ਡਿਸਕਸ ਕਰਾਂਗੇ ਤੁਹਾਨੂੰ ਪਤਾ ਚੱਲ ਜਾਏਗਾ। ਠੀਕ ਹੈ ਹੁਣ ਜਿਵੇਂ ਪਹਿਲਾ ਕੁਐਸਚਨ ਇੱਥੇ ਹੈਗਾ ਅ ਡਾਈ ਇਜ਼ ਥਰੋਨ 2 ਟਾਈਮਸ। ਡਾਈ ਕਿਹਨੂੰ ਕਹਿੰਦੇ ਉਹ ਜਿਹੜਾ ਡਾਈਸ ਹੁੰਦਾ ਹੈਗਾ ਉਹ ਡਾਈਸ ਐਕਚੁਅਲੀ ਬਹੁਵਚਨ ਹੈਗਾ। ਡਾਈ ਜਿਹੜਾ ਹੁੰਦਾ ਹੈਗਾ ਉਹਦਾ ਇੱਕ ਵਚਨ ਹੁੰਦਾ। ਠੀਕ ਹੈ ਤਾਂ ਡਾਈ ਇਜ਼ ਥਰੋਨ ਡਾਈ ਇਸ ਤਰੀਕੇ ਨਾਲ ਹੁੰਦਾ ਹੈਗਾ ਜਿਹਦੇ 'ਚ 1 2 3 4 5 6 ਤੱਕ ਨੰਬਰਸ ਹੁੰਦੇ ਨੇ ਅਸੀਂ ਗੇਮ ਵਿੱਚ ਖੇਡਦੇ ਹਾਂ। ਠੀਕ ਹੈ ਹੁਣ ਉਹਦੇ ਲਈ ਉਹਨੂੰ 2 ਵਾਰੀ ਥਰੋ ਕੀਤਾ ਗਿਆ ਹੈਗਾ। ਠੀਕ ਹੈ ਉਹਦੀ ਸੈਂਪਲ ਸਪੇਸ ਕੀ ਬਣੇਗੀ ਉਹ ਅਸੀਂ ਦੇਖਣਾ ਹੈਗਾ। ਦੇਖੋ ਜੇ ਪਹਿਲੀ ਵਾਰੀ ਥਰੋ ਕੀਤਾ ਤੁਹਾਡੇ ਕੋਲ ਆ ਗਿਆ 1। ਠੀਕ ਹੈ 1 ਆ ਚੁੱਕਿਆ। ਹੁਣ ਜਦ ਤੁਸੀਂ ਦੂਸਰੀ ਵਾਰੀ ਥਰੋ ਕਰੋਗੇ 1 ਵੀ ਆ ਸਕਦਾ ਹੈ 2 ਵੀ ਆ ਸਕਦਾ ਹੈ 3 ਆ ਸਕਦਾ ਹੈ 4 ਆ ਸਕਦਾ ਹੈ 5 ਆ ਸਕਦਾ ਹੈ 6 ਆ ਸਕਦਾ ਹੈ। ਅਸੀਂ ਸੈਂਪਲ ਸਪੇਸ ਕਿਹਨੂੰ ਕਹਿੰਦੇ ਜਿਹੜੀ ਸਾਰੀ ਪੋਸੀਬਿਲਿਟੀਜ਼ ਹੈਗੀਆਂ ਨੇ। ਅਸੀਂ ਇਹ ਨਹੀਂ ਕਹਿ ਰਹੇ ਕਿ ਕਿਹੜਾ ਆ ਰਿਹਾ ਹੈ ਜਿਹੜਾ ਆ ਸਕਦੇ ਹਨ ਉਹ ਚੀਜ਼ ਹੈ। ਇੱਕ ਤੋਂ ਬਾਅਦ ਇਹ ਸਾਰੇ ਆ ਸਕਦੇ ਨੇ। ਠੀਕ ਹੈ
ਫਿਰ ਇਸੇ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ 2 ਜੇ ਪਹਿਲੀ ਵਾਰੀ 2 ਆ ਗਿਆ ਤੇ ਦੂਸਰੀ ਵਾਰੀ ਕੀ ਹੈ, ਉਹ ਵੀ 1 2 3 4 5 6। ਠੀਕ ਹੈ, ਇਸੇ ਤਰੀਕੇ ਨਾਲ 3 ਦੇ ਅੱਗੇ ਵੀ ਸਾਡੇ ਕੋਲ 6 ਆ ਜਾਣਗੇ। ਠੀਕ ਹੈ, ਤਾਂ ਇਸ ਦਾ ਸੈਂਪਲ ਸਪੇਸ ਕਿਸ ਤਰੀਕੇ ਨਾਲ ਬਣੇਗਾ ਅਸੀਂ ਹੁਣ ਉਹ ਦੇਖਦੇ ਹਾਂ। ਮਤਲਬ ਇੱਕ ਤੋਂ ਅੱਗੇ ਕੀ ਆ ਸਕਦਾ ਹੈ। ਠੀਕ ਹੈ, ਪਹਿਲਾਂ ਮੈਂ ਜਿਵੇਂ ਸੈਟਸ ਬਣਾਉਂਦੇ ਹਾਂ ਅਸੀਂ ਉਸੇ ਤਰੀਕੇ ਨਾਲ ਬਣਾਵਾਂਗੇ। ਪਹਿਲਾ ਜਿਹੜਾ ਹੈਗਾ ਉਹ ਕੀ ਹੋ ਸਕਦਾ ਹੈਗਾ, ਪਹਿਲਾ ਜਿਹੜਾ ਕੰਬੀਨੇਸ਼ਨ ਹੈ 1,1 ਪਹਿਲੀ ਵਾਰੀ 1 ਸਿਲੈਕਟ ਹੋਇਆ, ਦੂਸਰੀ ਵਾਰੀ 1 ਆ ਗਿਆ, ਜਾਂ ਫਿਰ 1 ਸਿਲੈਕਟ ਹੋ ਕੇ ਤੁਹਾਡੇ ਕੋਲ ਦੂਜੀ ਵਾਰੀ 2 ਆ ਗਿਆ। ਠੀਕ ਹੈ, ਫਿਰ 1,3 ਇਸੇ ਤਰੀਕੇ 1,4 1,5 1,6 ਇਸ ਤਰੀਕੇ ਨਾਲ ਆ ਗਿਆ ਤੁਹਾਡੇ ਕੋਲ। ਇਸ ਤੋਂ ਬਾਅਦ ਕਿਹੜਾ ਆਏਗਾ, ਠੀਕ ਹੈ, ਫਿਰ 2 ਵਾਲੇ ਸ਼ੁਰੂ ਹੋ ਜਾਣਗੇ 2,1 2,2 2,3। ठीक है, कितने तक जाएगा 2,6 तक जाएगा। ठीक है, इसी तरीके नाल ये ऐदा करते करते ਤੁਹਾਡੇ ਕੋਲ ਲਾਸਟ ਵਿੱਚ ਕੀ ਆਏਗਾ 6,1 6,2 6,3 ਇੱਧਰ ਆ ਜਾਏਗਾ ਤੁਹਾਡੇ ਕੋਲ 6,6 ਤੁਹਾਡੇ ਕੋਲ 6x6 ਮਤਲਬ ਤੁਹਾਡੇ ਕੋਲ 36 ਐਲੀਮੈਂਟਸ ਦਾ ਇੱਕ ਸੈੱਟ ਬਣ ਜਾਏਗਾ ਜਿਹਦੇ ਵਿੱਚ ਤੁਹਾਡੇ ਕੋਲ ਸਾਰੇ ਕੰਬੀਨੇਸ਼ਨ ਆ ਜਾਣਗੇ। ਠੀਕ ਹੈ, ਇਹ ਤੁਹਾਡੇ ਡਾਈ ਨੂੰ ਅਸੀਂ 2 ਵਾਰੀ ਰੋਲ ਕਰਨ